ਮਿਆਨਾਂ ਦੇ ਵਿੱਚੋਂ ਕੱਢ ਕੇ ਕ੍ਰੋਧਿਤ ਹੋਏ ਹੋਏ ਅੱਗੇ ਵਧੇ ਅਤੇ ਕਿਹਾ ਕਿ हे ਬਾਲਕ, ਤਿਆਰ ਹੋ ਜਾ, ਤੇਰਾ ਕਾਲ ਨੇੜੇ ਆ ਗਿਆ ਹੈ। ਜੇ ਕੋਈ ਸਹਾਇਕ ਹੈ ਤਾਂ ਤੂੰ ਸੱਦ ਲੈ। ਪੈ ਦਾ ਇਹ ਗੱਲਾਂ ਸੁਣ ਕੇ ਵੀ ਚੰਦਰਹਾਸ ਡਰਿਆ ਨਹੀਂ ਅਤੇ ਕਿਹਾ ਕਿ ਮੇਰੇ ਰਾਖੇ ਮੇਰੇ ਮਾਤਾ ਪਿਤਾ ਰੂਪ ਸੰਤ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਦੂਸਰਾ ਮੇਰਾ ਸਹਾਇਕ ਇੱਕ ਪਰਮੇਸ਼ਰ ਹੈ, ਸੋ ਜਿਹੜਾ ਸਭਨਾਂ ਦੀ ਸਹਾਇਤਾ ਕਰਦਾ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਜਿਉ ਜਾਨ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ। ਸਾਧ ਸੰਗਤ ਜੀਓ, ਜਿਹੜਾ ਚੰਦਰਹਾਸ ਸੀਗਾ ਇਹ ਜਨ ਵਾਹਿਗੁਰੂ ਦਾ ਭਗਤ ਜੋ ਸੀਗਾ, ਤੋ ਭਗਤਾਂ ਦੀ ਪੈਜ ਮਹਾਰਾਜ ਰੱਖਦਾ ਹੀ ਹੈ। ਤ੍ਰਿਸ਼ਟ ਬੁੱਧੀ ਜਿੰਨਾ ਮਰਜੀ ਇਹਦੇ ਨਾਲ ਈਰਖਾਲੂ ਹੋਇਆ। ਤ੍ਰਿਸ਼ਟ ਬੁੱਧੀ ਨਾਮੇ ਰਾਜੇ ਨੇ ਚੰਦਰਹਾਸ ਨੂੰ ਦਿਖਾਉਣਾ ਕੀਤਾ। ਨਾ ਘਰ ਲੋਕੀ ਜਾਰੇ, ਭਾਵ ਚੰਦਰਹਾਸ ਨੂੰ ਨਾਸ਼ ਕਰਨਾ ਚਾਹਿਆ, ਪਰ ਉਹਨੇ ਆਪਣਾ ਹੀ ਘਰ ਈਰਖਾ ਰੋਗ ਚੁਆਤੀ ਲਾ ਕੇ ਸਾੜ ਸੁੱਟਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਫਰਮਾਨ ਹੈ, ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤੁਰਾਇਆ। ਵੇਖੋ, ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ, ਹਰ ਨਾਖਸ ਦੁਸ਼ਟ ਨੂੰ ਮਾਰ ਕੇ ਸਤਿਯੁਗ ਦੇ ਵਿੱਚ ਪ੍ਰਹਿਲਾਦ ਨੂੰ ਤਾਰਨਾ ਕੀਤਾ। ਅਹੰਕਾਰੀਆਂ ਨਿੰਦਕਾਂ ਬੈਠਦੇ, ਨਾਮ ਦਿਓ ਮੁਖ ਲਾਇਆ। ਅਹੰਕਾਰੀ ਤੇ ਨਿੰਦਕਾਂ ਬ੍ਰਹਮਣਾਂ ਨੂੰ ਪਿੱਠ ਦੇ ਕੇ ਨਾਮਦੇਵ ਨੂੰ ਮੂੰਹ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਜਿਸ ਨੇ ਐਸਾ ਹਰੀ ਪ੍ਰਮਾਤਮਾ ਅਕਾਲ ਪੁਰਖ ਦਾ ਸੇਵਨ ਕੀਤਾ, ਵਾਹਿਗੁਰੂ ਨੇ ਉਹਨੂੰ ਆਪ ਕਿਰਪਾ ਰੂਪੀ ਹੱਥ ਦੇ ਕੇ ਛਡਾਉਣਾ ਕੀਤਾ ਹੈ। ਇਉਂ ਸਤਿਗੁਰ ਸਰਨ ਪਏ ਸੇ ਥਾਪੇ। ਜਿਹੜੇ ਸਤਿਗੁਰੂ ਦੀ ਸ਼ਰਨ ਪੈ ਗਏ ਉਹ ਉੱਚੀ ਜਗ੍ਹਾ ਤੇ ਵਾਹਿਗੁਰੂ ਨੇ ਸਥਾਪਨ ਕਰ ਦਿੱਤੇ। ਤਿੰਨ ਰਾਖਣ ਗੋ ਪ੍ਰਭ ਆਵੇ ਗੋ, ਤਿੰਨਾਂ ਦੀ ਰੱਖਿਆ ਕਰਨ ਲਈ ਖੁਦ ਪ੍ਰਮਾਤਮਾ ਆਪ ਆਵੇਗਾ। ਜੇ ਕੋ ਸਰ ਸਮਝੈ ਜਨ ਉਪਰ, ਫਿਰ ਉਲਟੋ ਤਿਸੈ ਲਗਾਵੇ ਕੋ। ਜੇ ਕੋਈ ਮਨੁੱਖ ਉਹਨਾਂ ਸੇਵਕਾਂ ਦੇ ਤੀਰ ਚਲਾਉਂਦਾ ਹੈ ਤਾਂ ਉਹ ਤੀਰ ਪਰਤ ਕੇ ਉਹਨੂੰ ਹੀ ਆ ਲੱਗਦਾ ਹੈ ਜਿਹਨੇ ਚਲਾਇਆ ਹੁੰਦਾ। ਸੋ ਇਸ ਵਾਸਤੇ ਸੂਰਜ ਵੱਲ ਮੂੰਹ ਕਰਕੇ ਕੋਈ ਥੁੱਕੇਗਾ ਤਾਂ ਥੁੱਕ ਉਹਦੇ ਮੂੰਹ ਦੇ ਹੀ ਪਏਗਾ। ਜੇ ਕੋਈ ਕਿਸੇ ਦਾ ਬੁਰਾ ਕਰੇਗਾ ਤਾਂ ਉਹਦਾ ਪਹਿਲਾਂ ਆਪ ਦਾ ਬੁਰਾ ਹੋਵੇਗਾ। ਜਿਹਦਾ ਕਾਰਿਆ ਉਹਦਾ ਭਾਵੇਂ ਹੋਵੇ ਜਾਂ ਨਾ ਹੋਵੇ, ਖੂਹ ਪੁੱਟਣ ਵਾਲੇ ਦਾ ਆਪ ਦਾ ਪੈਰ ਫਿਸਲ ਕੇ ਖੂਹ ਚ ਡਿੱਗੂਗਾ। ਜਿਹਦੇ ਲਈ ਪੁੱਟ ਰਿਹਾ ਉਹਦਾ ਭਾਵੇਂ ਨੁਕਸਾਨ ਹੋਵੇ ਜਾਂ ਨਾ ਹੋਵੇ, ਇਹ ਪੱਕੀ ਗੱਲ ਹੈ। ਕਿਤੇ ਮਰਜ਼ੀ ਪ੍ਰਤੀ ਆ ਕੇ ਵੇਖ ਲਿਓ। ਸਤਿਗੁਰੂ ਅਰਜਨ ਦੇਵ ਜੀ ਨੇ ਕੋਈ ਗੱਲ ਸਮਝਾਈ ਹੈ ਕਿ ਤੁਸੀਂ ਗੁਰਦੁਆਰੇ ਆਏ ਹੋ, ਨਹੀਂ ਗਾਤਰਾ ਪਾਉਣਾ ਨਾ ਪਾਓ, ਅੰਮ੍ਰਿਤ ਨਹੀਂ ਛਕਣਾ, ਆਪਦੇ ਘਰ ਆ ਜੀ ਰਹੋ, ਪਾਠ ਵੀ ਨਹੀਂ ਕਰਨਾ ਨਾ ਕਰੋ, ਰੱਬ ਰੱਬ ਕਰਦੇ ਹੋ ਕਰੀ ਜਾਓ, ਨਹੀਂ ਜੀ ਕਰਦਾ ਨਾ ਕਰੋ। ਪਰ ਇੱਕ ਗੱਲ ਜ਼ਰੂਰ ਪੱਲੇ ਬੰਨ ਕੇ ਲੈ ਜਾਓ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹ ਮੇਰੇ ਭਰਾਓ ਤੇ ਮੇਰੇ ਮਿੱਤਰੋ, ਭਰਾ ਭਰਾ ਦਾ ਕਦੀ ਬੁਰਾ ਨਹੀਂ ਸੋਚਦਾ। ਅਸਲੀ ਮਿੱਤਰ ਦਾ ਭਲਾ ਹੀ ਸੋਚਦਾ। ਇਸ ਵਾਸਤੇ ਤੁਹਾਨੂੰ ਕੰਮ ਦੀ ਗੱਲ ਦੱਸਦੇ ਹਾਂ ਕਿ ਕਦੀ ਵੀ
ਗਵਾਂਢੀ ਦਾ ਬੁਰਾ, ਆਪਦੇ ਭਰਾ ਦਾ ਬੁਰਾ, ਜਾਂ ਕਿਸੇ ਸਾਗ ਸੋਧਰੇ ਆਪਦੇ ਮਿੱਤਰ ਦਾ ਬੁਰਾ ਤਾਂ ਕੀ ਸੋਚਣਾ, ਜਿਹੜਾ ਸੱਤ ਬਗਾਨਾ ਜਿਹਨੂੰ ਤੁਸੀਂ ਨਹੀਂ ਵੀ ਜਾਣਦੇ। ਪਰਾਏ ਦਾ ਬੁਰਾ ਕਦੀ ਵੀ ਸੋਚੋ ਨਾ, ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਜੇ ਤੁਸੀਂ ਕਿਸੇ ਦਾ ਬੁਰਾ ਕਰਨ ਬਾਰੇ ਆਪਦੀ ਸੋਚ ਘਟਾ ਦਿਓਗੇ, ਖਤਮ ਕਰ ਦਿਓਗੇ, ਪਲੱਸ ਸੋਚਣਾ ਸ਼ੁਰੂ ਕਰੋਗੇ ਕਰ ਭਲਾ ਹੋ ਭਲਾ, ਅੰਧ ਭਲੇ ਦਾ ਭਲਾ, ਤਾਂ ਤੁਹਾਨੂੰ ਕਦੀ ਦੁੱਖ ਨਹੀਂ ਚੰਬੜੇਗਾ। ਇਨਸਾਨ ਆਪਦੇ ਦੁੱਖ ਤੋਂ ਘੱਟ ਦੁਖੀ ਹੈ, ਪਰ ਗੁਆਂਢੀਆਂ ਦੇ ਸੁੱਖ ਤੋਂ ਅਸੀਂ ਜ਼ਿਆਦਾ ਦੁਖੀ ਹਾਂ। ਕਿ ਗੁਆਂਢੀਆਂ ਦਾ ਟਰੈਕਟਰ ਕਿਉਂ ਆ ਗਿਆ, ਉਹਨਾਂ ਜ਼ਮੀਨ ਦੀ ਰਜਿਸਟਰੀ ਕਿਵੇਂ ਕਰਾ ਲਈ, ਉਹਨਾਂ ਮਕਾਨ ਕਿਵੇਂ ਬਣਾ ਲਿਆ। ਬੰਦਾ ਪੁੱਛੇ ਤੈਨੂੰ ਕੀ, ਤੂੰ ਆਪ ਦਾ ਰੋਟੀ ਪਾਣੀ ਛਕ ਰਾਜੀ ਰਹੋ। ਦੂਸਰੇ ਦੀ ਟੈਨਸ਼ਨ ਅਸੀਂ ਜ਼ਿਆਦਾ ਲਈ ਹੋਈ ਵੀ ਉਹਨੂੰ ਫਲਾਣੀ ਚੀਜ਼ ਮਿਲ ਕਿਵੇਂ ਗਈ। ਆਪ ਦੇ ਦੁੱਖ ਤੋਂ ਘੱਟ ਦੁਖੀ ਆ, ਦੂਜੇ ਨੂੰ ਸੁਖੀ ਵੇਖ ਕੇ ਸਾਡਾ ਮਨ ਜ਼ਿਆਦਾ ਦੁਖੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਪਲੱਸ ਸੋਚ ਰੱਖੋਗੇ ਤਾਂ ਤੁਹਾਡਾ ਮਨ ਆਪਣੇ ਆਪ ਸੁਖੀ ਹੋ ਜਾਏਗਾ। ਇਸ ਲਈ ਪਰਾਏ ਦਾ ਬੁਰਾ ਨਾ ਸੋਚੋ। ਜਦ ਮਹਾਤਮਾ ਉਸ ਬੱਚੇ ਦੀ ਕਿਸਮਤ ਪੜ੍ਹ ਕੇ ਹੱਸੇ ਤਾਂ ਰਾਜਾ ਤ੍ਰਿਸ਼ਟ ਬੁੱਧੀ ਨੇ ਮਹਾਤਮਾ ਨੂੰ ਪੁੱਛਿਆ ਕਿ ਤੁਸੀਂ ਹੱਸੇ ਕਿਉਂ ਹੋ। ਕਹਿਣ ਲੱਗੇ ਸੰਤ ਕਿ ਅਸੀਂ ਉਹ ਵੇਖ ਸਾਹਮਣੇ ਬੱਚੇ ਵੱਲ, ਉਹਦਾ ਮੱਥਾ ਵੇਖ ਕਿੰਨਾ ਚਮਕਾਰੇ ਮਾਰੀ, ਉਹਦੀ ਕਿਸਮਤ ਪੜ੍ਹ ਕੇ ਹੱਸੇ ਆ। ਵਿਧਾਤਾ ਨੇ ਕਿਹੋ ਜਿਹਾ ਸੰਜੋਗ ਬਣਾਇਆ, ਕਿੱਥੇ ਇੱਕ ਭੁੱਖਾ ਨੰਗਾ ਫਕੀਰਾਂ ਦਾ ਲੜਕਾ, ਕਿੱਥੇ ਰਾਜੇ ਦੀ ਰਾਜਪੁੱਤਰੀ। ਕਹਿੰਦਾ ਕੀ ਮਤਲਬ ਤੁਹਾਡੇ ਕਹਿਣ ਦਾ? ਇਹਦਾ ਮਤਲਬ ਸਿੱਧਾ ਸਾਫ਼ ਹੈ ਕਿ ਜਿਹੜੀ ਤੇਰੀ ਰਾਜਕੁਮਾਰੀ ਹੈ ਉਹਦੇ ਨਾਲ ਇਹ ਬੱਚੇ ਦਾ ਤੇ ਵਿਆਹ ਹੋਣਾ ਤੇ ਇਹਨੇ ਤੇਰਾ ਜਵਾਈ ਬਣਨਾ ਹੈ। ਇਹ ਗੱਲ ਸੁਣ ਕੇ ਤ੍ਰਿਸ਼ਟ ਬੁੱਧੀ ਰਾਜੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਰ ਉਸ ਵਕਤ ਕਿਉਂਕਿ ਲੰਗਰ ਵਰਤਾ ਰਿਹਾ ਸੀ, ਗੱਲ ਸੁਣੀ ਕਰ ਦਿੱਤੀ। ਪਰ ਰਾਜ ਮਹਿਲਾਂ 'ਚ ਪਹੁੰਚਣ ਤੇ ਬੜਾ ਚਿੰਤਾਤੁਰ ਹੋਇਆ। ਸੋਚਣ ਲੱਗਾ ਕਿ ਜੇਕਰ ਮੇਰੀ ਰਾਜਪੁੱਤਰੀ ਇਸ ਫਕੀਰਾਂ ਦੇ ਲੜਕੇ ਨਾਲ ਵਿਆਹੀ ਗਈ ਤਾਂ ਲੋਕ ਮੈਨੂੰ ਕੀ ਕਹਿਣਗੇ, ਇਹਨੂੰ ਕੋਈ ਰਾਜਕੁਮਾਰ ਨਹੀਂ ਲੱਭਿਆ। ਕਈ ਦਿਨ ਚਿੰਤਾ 'ਚ ਡੁੱਬਿਆ ਰਿਹਾ। ਕੁਝ ਦਿਨਾਂ ਪਿੱਛੋਂ ਇਹਦਾ ਵਜ਼ੀਰ ਕੁਬੁੱਧੀ ਨਾਮੇ ਕਿਸੇ ਰਾਜ ਕਾਰਜ ਤੋਂ ਵਿਹਲਾ ਹੋ ਕੇ ਜਦ ਵਾਪਸ ਆਇਆ ਤੇ ਆਪਦੇ ਰਾਜੇ ਨੂੰ ਚਿੰਤਾਤੁਰ ਵੇਖ ਕੇ ਪੁੱਛਣ ਲੱਗਾ ਕਿ ਤੁਸੀਂ ਕਾਹਦੀ ਚਿੰਤਾ ਕੀਤੀ ਹੋਈ ਹੈ। ਸਾਰੀ ਗੱਲ ਉਹਨੇ ਸੱਚੀ ਦੱਸੀ। ਕਹਿੰਦਾ ਲੈ ਇਹ ਵੀ ਕੋਈ ਗੱਲ ਹੈ, ਆਪਾਂ ਰਾਜੇ ਲੋਕ ਆ, ਉਹ ਬੱਚੇ ਨੂੰ ਆਪਾਂ ਜਲਾਦਾਂ ਨੂੰ ਪੈਸੇ ਦੇ ਕੇ ਮਰਵਾ ਦਿੰਦੇ ਆ। ਜਲਾਦਾਂ ਨੂੰ ਪੈਸੇ ਦਿੱਤੇ, ਕਹਿੰਦੇ ਵੀ ਬੱਚੇ ਨੂੰ ਮਾਰ ਦਿਓ। ਪੱਕੀ ਸਲਾਹ ਹੋ ਗਈ। ਉਹਨਾਂ ਬੱਚਾ ਫੜ ਕੇ ਰਾਜੇ ਤੇ ਪੇਸ਼ ਕੀਤਾ। ਕਹਿੰਦਾ ਇਹੀ ਬੱਚਾ, ਪਰ ਕਿਸੇ ਨੂੰ ਪਤਾ ਨਾ ਲੱਗੇ, ਸੰਤਾਂ ਨੂੰ ਵੀ ਪਤਾ ਨਾ ਲੱਗੇ। ਸੰਘਣੇ ਜੰਗਲ ਲਿਜਾ ਕੇ ਇਹਦਾ ਕਤਲ ਕਰਕੇ ਤੇ ਕਤਲ ਦੀ ਮੈਨੂੰ ਕੋਈ ਨਿਸ਼ਾਨੀ ਦਿਖਾ ਦਿਓ, ਇਨਾਮ ਦੀ ਰਕਮ ਤੁਹਾਡੀ ਪੱਕੀ, ਮੂੰਹ ਮੰਗੇ ਪੈਸੇ ਦਿਆਂਗਾ। ਜਦ ਰਾਜੇ ਦੇ ਕਹੇ ਅਨੁਸਾਰ ਜਲਾਦ ਚੰਦਰਹਾਸ ਨੂੰ ਪਕੜ ਕੇ ਸੰਘਣੇ ਜੰਗਲ ਦੇ ਵਿੱਚ ਪਹੁੰਚੇ, ਪਰ ਚੰਦਰਹਾਸ ਰੱਬ ਰੱਬ ਕਰਦਾ, ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਡਰ ਰਿਹਾ, ਕੋਈ ਰਤੀ ਪਰ ਵੀ ਡਰ ਨਹੀਂ ਮੰਨਿਆ। ਤੇ ਕੁਦਰਤੀ ਪਰਮਾਤਮਾ ਵੱਲੋਂ ਜਦ ਜਲਾਦ ਉਹਨੂੰ ਮਾਰਨ ਲੱਗੇ ਤਾਂ ਉਹਦੇ ਚਿਹਰੇ ਵੱਲ ਵੇਖ ਕੇ ਸੋਚਦੇ ਨੇ ਕਿ ਕਿਆ ਸੋਹਣਾ ਲੜਕਾ, ਇਹਨੂੰ ਮਾਰਨਾ ਨਹੀਂ ਚਾਹੀਦਾ। ਪਰ ਕੁਝ ਸਮੇਂ ਤੋਂ ਬਾਅਦ ਰਾਜੇ ਵੱਲੋਂ ਦਿੱਤੇ ਗਏ ਪੈਸੇ ਦੇ ਲਾਲਚ ਦੇ ਦਬਾਅ ਹੇਠ ਆ ਗਏ। ਇੱਕਦਮ ਖਿਆਲ ਬਦਲ ਗਏ। ਸੋਚਣ ਲੱਗੇ ਕਿ ਰਾਜੇ ਕੋਲੋਂ ਸਪਾਰੀ ਲਈ ਹੈ, ਕੁਝ ਰੁਪਈਆ ਲੈ ਕੇ ਆਪਾਂ ਵਰਤ ਚੁੱਕੇ ਹਾਂ ਤੇ ਕੁਝ ਲੈਣਾ ਬਾਕੀ ਹੈ। ਇਸ ਲਈ ਜੇ ਰਾਜੇ ਕੋਲੋਂ ਪੈਸੇ ਲੈ ਕੇ ਉਹਦਾ ਕੰਮ ਨਾ ਕੀਤਾ ਸਾਨੂੰ ਮਾਰ ਦੇਗਾ। ਡਰਦੇ ਮਾਰੇ, ਤੇ ਮਾਰਨ ਨੂੰ ਜੀਵ ਨਹੀਂ ਕਰਦਾ।
ਫਿਰ ਜਦ ਮਾਰਨ ਨੂੰ ਤਿਆਰ ਹੋ ਗਏ, ਤਲਵਾਰ ਬਾਹਰ ਕੱਢੀ ਤੇ ਕਿਹਾ, ਹੇ ਬਾਲਕ ਤਿਆਰ ਹੋ ਜਾ, ਤੇਰਾ ਕਾਲ ਤੇਰੇ ਨੇੜੇ ਆ ਗਿਆ, ਜੇ ਕੋਈ ਸਹਾਇਕ ਹੈ ਤਾਂ ਸੱਦ ਲਾ। ਇਹ ਤਰ੍ਹਾਂ ਦੀਆਂ ਡਰ ਵਾਲੀਆਂ ਗੱਲਾਂ ਸੁਣ ਕੇ ਵੀ ਚੰਦਰਹਾਸ ਡਰਿਆ ਨਹੀਂ। ਕਹਿਣ ਲੱਗਾ ਕਿ ਮੇਰੇ ਰਾਖੇ ਮੇਰੇ ਮਾਂ ਪਿਓ ਰੂਪ ਸੰਤ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਤੇ ਦੂਜਾ ਮੇਰਾ ਸਹਾਇਕ ਇੱਕ ਪਰਮੇਸ਼ਰ ਜ਼ਰੂਰ ਹੈ, ਉਹ ਮੇਰੀ ਰੱਖਿਆ ਕਰੇਗਾ। ਪਾਸ਼ਾ ਦਾ ਬਚਨ ਹੈ, ਕਹਿੰਦੇ ਨੇ ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲੁ ਅਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਇਸ ਤਰ੍ਹਾਂ ਨਿਰਭਉ ਰਿਹਾ, ਵਾਹਿਗੁਰੂ ਤੇ ਭਰੋਸਾ ਰੱਖਿਆ। ਕਹਿਣ ਲੱਗਾ ਵੀ ਵੀਰ ਬਣ ਕੇ ਮੈਨੂੰ ਇਸ਼ਨਾਨ ਤਾਂ ਕਰਾ ਦਿਓ, ਤੇ ਇਸ਼ਨਾਨ ਕਰਕੇ ਮੈਂ ਥੋੜਾ ਰੱਬ ਦਾ ਨਾਮ ਲੈ ਲਵਾਂ, ਫਿਰ ਤੁਸੀਂ ਮੈਨੂੰ ਮਾਰ ਦਿਓ, ਮੈਂ ਤੁਹਾਨੂੰ ਆਪ ਇਸ਼ਾਰਾ ਕਰਾਂਗਾ। ਇਹ ਗੱਲ ਸੁਣ ਕੇ ਜਲਾਦ ਇੰਨੀ ਗੱਲ ਮੰਨ ਗਏ। ਥੋੜੀ ਦੂਰ ਇੱਕ ਛੋਟੀ ਜਿਹੀ ਛਪੜੀ ਸੀਗੀ, ਜਿਹ ਚ ਮੀਂਹ ਦਾ ਸਾਫ਼ ਪਾਣੀ ਖੜਾ ਸੀ, ਉਹਦੇ ਕੋਲ ਲੈ ਗਏ। ਕਹਿੰਦੇ ਤੂੰ ਨਹਾ ਧੋ ਲਾ। ਉਹ ਮਾਰਨ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਦਿਲੋਂ। ਚੰਦਰਹਾਸ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਗਿਆ ਤੇ ਰੱਬ ਰੱਬ ਕਰਨ ਲੱਗ ਪਿਆ। ਉਹਦੀ ਅਜਿਹੀ ਕਰਤੱਵਤਾ ਨੂੰ ਵੇਖ ਕੇ ਜਲਾਦ ਹੈਰਾਨ ਰਹਿ ਗਏ ਵੀ ਕਿੰਨਾ ਛੋਟਾ ਜਿਹਾ ਬੱਚਾ ਕਿੰਨਾ ਸਿਆਣਾ ਹੈ। ਜਲਾਦਾਂ ਦੀਆਂ ਖੋਟੀਆਂ ਵਿਚਾਰਾ ਇੱਕਦਮ ਬਦਲ ਗਈਆਂ। ਸੋਚਦੇ ਨੇ ਵੀ ਜੇ ਇਹਨੂੰ ਮਾਰ ਦਿੱਤਾ ਤਾਂ ਅਜਿਹਾ ਭਾਰੀ ਪਾਪ ਸਾਡੇ ਸਿਰ ਹੋ ਜਾਏਗਾ, ਜਿਸ ਕਰਕੇ ਕੁੰਭੀ ਨਰਕ 'ਚ ਵੀ ਸਾਨੂੰ ਥਾਂ ਨਹੀਂ ਮਿਲੇਗੀ। ਇਹ ਤਾਂ ਪਰਮੇਸ਼ਰ ਦਾ ਪੂਰਨ ਭਗਤ ਹੈ, ਇਹਨੂੰ ਮਾਰਨਾ ਨਹੀਂ ਚਾਹੀਦਾ। ਪਰ ਰਾਜੇ ਤੋਂ ਪੈਸੇ ਵੀ ਲਏ ਨੇ, ਜੇ ਮਾਰਿਆ ਨਾ ਤੇ ਉਹ ਸਾਨੂੰ ਮਾਰ ਦੇਗਾ। ਇਸ ਤਰ੍ਹਾਂ ਕਰੀਏ, ਉਹਨੇ ਕਿਹੜਾ ਸਾਰੀ ਲਾਸ਼ ਵੇਖਣੀ ਹੈ, ਉਹ ਮਾੜੀ ਮੋਟੀ ਨਿਸ਼ਾਨੀ ਕਹਿੰਦਾ ਸੀਗਾ। ਇਹਦਾ ਕੋਈ ਇੱਕ ਅੱਧਾ ਅੰਗ ਕੱਟ ਕੇ ਰਾਜੇ ਨੂੰ ਦਿਖਾ ਦਿੰਦੇ ਆ ਤੇ ਇਹਨੂੰ ਇੱਥੇ ਛੱਡ ਜਾਂਦੇ ਆ। ਇਹ ਵਿਚਾਰ ਕਰਕੇ ਅੰਗ ਕੱਟਣ ਲਈ ਇੱਕ ਨੇ ਕਦਮ ਅਗਾਂਹ ਵਧਾਇਆ। ਉਹਨੇ ਵੇਖਿਆ ਕਿ ਉਹਦੇ ਖੱਬੇ ਹੱਥ ਦੀਆਂ 6 ਉਂਗਲਾਂ ਸਨ। ਜਲਾਦ ਨੇ ਵੇਖ ਕੇ ਝੱਟ 6ਵੀਂ ਉਂਗਲ ਨੂੰ ਕੱਟ ਲਿਆ। ਬਸ ਇੰਨੀ ਜੀ ਚੰਦਰਹਾਸ ਦੇ ਕਰਮਾਂ ਨੂੰ 4 ਚੰਨ ਲੱਗ ਗਏ, ਕਿਉਂਕਿ ਉਹ 6ਵੀਂ ਉਂਗਲ ਹੀ ਵਿਘਨਕਾਰੀ ਸੀਗੀ, ਜਿਸ ਕਰਕੇ ਇੰਨੀਆਂ ਮੁਸੀਬਤਾਂ ਸਾਰਨੀਆਂ ਪਈਆਂ। ਜਲਾਦ ਤਾਂ ਨਿਸ਼ਾਨੀ ਮੰਜੋਂ ਉਂਗਲ ਲੈ ਕੇ ਚਲੇ ਗਏ ਤੇ ਜਾ ਕੇ ਰਾਜੇ ਨੂੰ ਉਂਗਲ ਦੀ ਨਿਸ਼ਾਨੀ ਦਿਖਾ ਕੇ ਉਹਦੇ ਕੋਲੋਂ ਇਨਾਮ ਲੈ ਕੇ ਆਪਦੇ ਘਰ ਨੂੰ ਤੁਰ ਗਏ ਵੀ ਲੜਕੇ ਨੂੰ ਮਾਰ ਆਏ ਆ। ਚੰਦਰਹਾਸ ਉਹਨੇ ਉਸੇ ਜੰਗਲ 'ਚ ਛਪੜੀ ਦੇ ਕਿਨਾਰੇ ਤੇ ਰਹਿਣ ਲੱਗ ਪਿਆ। ਉੱਥੇ ਕੱਖਾ ਕਾਨੇ ਨੂੰ ਇਕੱਠਿਆਂ ਕਰਕੇ ਛੋਟੀ ਜਿਹੀ ਝੌਂਪੜੀ ਬਣਾ ਲਈ। ਪਰਮੇਸ਼ਰ ਦੀ ਮਿਹਰ ਤੇ ਸਿਮਰਨ ਦੇ ਪ੍ਰਤਾਪ ਕਰਕੇ ਉੱਥੋਂ ਦੇ ਜਾਨਵਰ ਚੰਦਰਹਾਸ ਦੀ ਸੇਵਾ ਕਰਨ ਲੱਗ ਪਏ। ਚੰਗੇ ਫਲ ਫੁੱਲ ਆਦਿਕ ਲਿਆ ਕੇ ਉਹਨੂੰ ਖਾਣ ਲਈ ਦੇ ਦਿਆ ਕਰਨ। ਜਿਸ ਦੇਸ਼ ਵਿੱਚ ਇਹ ਚੰਦਰਹਾਸ ਰਹਿ ਰਿਹਾ ਸੀ, ਇਹ ਧਰਤੀ ਦਾ ਮਾਲਕ ਸੀਗਾ ਰਾਜਾ ਕੁਲਿੰਦ। ਇਹ ਕੁਲਿੰਦ ਰਾਜੇ ਨੂੰ ਧ੍ਰਿਸ਼ਟ ਬੁੱਧੀ ਨੇ 20 ਪਿੰਡ ਦੇ ਕੇ ਆਪਣੇ ਤੋਂ ਛੋਟਾ ਰਾਜਾ ਥਾਪਿਆ ਹੋਇਆ ਸੀ, ਜਿਸ ਕਰਕੇ ਰਾਜਾ ਕੁਲਿੰਦ ਧ੍ਰਿਸ਼ਟ ਬੁੱਧੀ ਕੋਲ ਸ਼ਮਾਈ ਦੇ ਟਕੇ ਭਰਿਆ ਕਰਦਾ ਸੀ, ਟੈਕਸ। ਘਰ ਇਹਦੇ ਵੀ ਸੰਤਾਨ ਨਹੀਂ ਸੀ। ਇੱਕ ਦਿਨ ਰਾਜਾ ਕੁਲਿੰਦ ਸ਼ਿਕਾਰ ਖੇਡਦਾ ਹੋਇਆ ਹਰਨ ਦੇ ਪਿੱਛੇ ਦੌੜਦਾ ਉਸੇ ਥਾਂ ਤੇ ਆਣ ਪਹੁੰਚਿਆ ਜਿੱਥੇ ਚੰਦਰਹਾਸ ਤਪੱਸਿਆ ਕਰ ਰਿਹਾ ਸੀ। ਇਹਦੇ ਸੁੰਦਰ ਮਨਮੋਹਣੇ ਚਿਹਰੇ ਨੂੰ ਵੇਖ ਕੇ ਰਾਜਾ ਮੋਹਿਤ ਹੋ ਗਿਆ। ਮਨ 'ਚ ਸੋਚਣ ਲੱਗਾ ਵੀ 5 ਸਾਲ ਦਾ ਬੱਚਾ ਕਿਆ ਸੁੰਦਰ ਹੈ, ਮੇਰੇ ਘਰ ਔਲਾਦ ਨਹੀਂ, ਕਿਉਂ ਨਾ ਹੋਵੇ ਮੈਨੂੰ ਆਪਣੇ ਘਰ ਲਿਜਾ ਕੇ ਆਪ ਦਾ ਪੁੱਤਰ ਹੀ ਬਣਾ ਲਵਾਂ। ਇਸ ਤਰ੍ਹਾਂ ਸੋਚ ਕੇ ਚੰਦਰਹਾਸ ਦੇ ਨੇੜੇ ਗਿਆ ਤੇ ਪੁੱਛਣ ਲੱਗਾ, ਹੇ ਬੱਚੇ ਵੀ ਤੂੰ ਕੌਣ ਹੈ, ਇੱਥੇ ਕਿਉਂ ਰਹਿ ਰਿਹਾ, ਤੇਰੇ ਮਾਂ ਪਿਓ ਕਿਵੇਂ ਨੇ, ਚੱਲ ਤੈਨੂੰ ਮੈਂ ਆਪਣੇ ਘਰ ਲੈ ਚੱਲਾਂ। ਰਾਜੇ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਚੰਦਰਹਾਸ ਨੇ ਕਿਹਾ, ਹੇ ਰਾਜਨ ਮੈਂ ਇਕੱਲਾ ਨਹੀਂ ਹਾਂ, ਪਰਮੇਸ਼ਰ ਮੇਰੇ ਅੰਗ ਸੰਗ ਹੈ। ਜੰਗਲ ਦੇ ਜਾਨਵਰ ਮੇਰੇ ਖਾਣ ਵਾਸਤੇ ਫਲ ਆਦਿਕ ਲਿਆ ਕੇ ਦੇ ਦਿੰਦੇ ਨੇ। ਮੈਨੂੰ ਇੱਥੇ ਜੰਗਲ 'ਚ ਰਹਿ ਕੇ ਬਹੁਤ ਆਨੰਦ ਮੰਗਲ ਹੈ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਯੂਜ਼ ਟੂ। ਬੰਦਾ ਯੂਜ਼ ਟੂ ਹੋ ਜਾਂਦਾ, ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹੇ ਜੰਮੇ ਪਲੇ ਉਸ ਤਰ੍ਹਾਂ ਦਾ ਹੀ ਬਣ ਜਾਂਦਾ। ਰਾਜੇ ਕੁਲਿੰਦ ਨੇ ਸਿਰ ਤੇ ਹੱਥ ਫੇਰਦਿਆਂ ਪਿਆਰ ਨਾਲ ਗੋਦ ਵਿੱਚ ਲੈ ਕੇ ਕਿਹਾ ਕਿ ਤੂੰ ਇੱਥੇ ਰਹਿਣ ਦਾ ਸੰਕਲਪ ਛੱਡ, ਮੇਰੇ ਨਾਲ ਚੱਲ ਪੁੱਤ ਬਣ।
ਤੈਨੂੰ ਹਰ ਪ੍ਰਕਾਰ ਦਾ ਮੈਂ ਉੱਥੇ ਸੁੱਖ ਦਿਆਂਗਾ। ਇਸ ਤਰ੍ਹਾਂ ਪਿਆਰ ਦੇ ਬਚਨ ਕਹਿ ਕੇ ਚੰਦਰਹਾਸ ਨੂੰ ਘੋੜੇ ਤੇ ਬਿਠਾ ਕੇ ਆਪਣੇ ਮਹਿਲਾਂ 'ਚ ਰਾਜਾ ਲੈ ਆਇਆ ਤੇ ਰਾਣੀ ਦੇ ਸਪੁਰਦ ਕਰ ਦਿਆਂਗਿਆ ਕਿ ਰੱਬ ਨੇ ਤੇਰੇ ਤੇ ਮਿਹਰ ਕੀਤੀ ਹੈ, ਜੋ ਪਲਿਆ ਪਲਾਇਆ ਅਤੀ ਸੁੰਦਰ ਲੜਕਾ ਆਪਾਂ ਨੂੰ ਬਖਸ਼ਿਆ, ਇਹਨੂੰ ਤੂੰ ਆਪਣਾ ਪੁੱਤਰ ਜਾਣਗੇ, ਚੰਗੀ ਤਰ੍ਹਾਂ ਦੀ ਪਾਲਣਾ ਪੋਸ਼ਣਾ ਕਰ। ਬੜੀਆਂ ਖੁਸ਼ੀਆਂ ਮਨਾਈਆਂ ਤੇ ਗਰੀਬਾਂ ਨਾਥਾਂ ਨੂੰ ਦਾਨ ਦਿੱਤਾ। ਕੁਝ ਵਕਤ ਭਾ ਕੇ ਜਦ ਚੰਦਰਹਾਸ ਥੋੜਾ ਵੱਡਾ ਹੋਇਆ ਤਾਂ ਇੱਕ ਦਿਨ ਰਾਜ ਮਹਿਲਾਂ 'ਚ ਬੈਠੇ ਹੋਇਆਂ ਰਾਜੇ ਕੁਲਿੰਦ ਨੂੰ ਸੰਕਲਪ ਹੋਇਆ ਕਿ ਚੰਦਰਹਾਸ ਨੂੰ ਕੁਝ ਵਿਦਿਆ ਪੜ੍ਹਨੀ ਚਾਹੀਦੀ ਹੈ ਤਾਂ ਕਿ ਵੱਡਾ ਹੋ ਕੇ ਰਾਜ ਦਾ ਕੰਮ ਚੰਗੀ ਤਰ੍ਹਾਂ ਚਲਾ ਸਕੇ। ਇਹ ਸੰਕਲਪ ਅਨੁਸਾਰ ਚੰਦਰਹਾਸ ਨੂੰ ਪੜ੍ਹਨੇ ਪਾ ਦਿੱਤਾ। ਪਰਮੇਸ਼ਰ ਦੀ ਨਾਮ ਭਗਤੀ ਦੇ ਪ੍ਰਤਾਪ ਸਦਕਾ ਅਤੇ ਉੱਤਮ ਬੁੱਧੀ ਹੋਣ ਕਰਕੇ ਥੋੜੇ ਦਿਨਾਂ 'ਚ ਚੰਦਰਹਾਸ ਸਭ ਵਿਦਿਆ ਸਿੱਖ ਗਿਆ। ਚੰਦਰਹਾਸ ਨੂੰ ਹਰ ਤਰ੍ਹਾਂ ਦਾ ਅਕਲਮੰਦ ਜਾਣ ਕੇ ਰਾਜੇ ਕੁਲਿੰਦ ਨੇ ਵਿਚਾਰਿਆ ਕਿ ਮੈਂ ਤਾਂ ਰਾਜ ਭਾਗ ਦਾ ਆਨੰਦ ਬਹੁਤ ਮਾਣ ਲਿਆ, ਹੁਣ ਇਹਨੂੰ ਰਾਜ ਭਾਗ ਸੌਂਪ ਕੇ ਆਪ ਤਪੱਸਿਆ ਕਰਨ ਲਈ ਬਨੋਵਾਸ ਧਾਰਨ ਕਰ ਲਵਾਂ। ਇਹ ਵਿਚਾਰ ਕੇ ਰਾਜਾ ਕੁਲਿੰਦ ਨੇ ਚੰਦਰਹਾਸ ਨੂੰ ਰਾਜ ਤਿਲਕ ਦੇ ਕੇ ਸਿੰਘਾਸਨ ਤੇ ਸਥਿਤ ਕਰ ਦਿੱਤਾ। ਰਾਜ ਸਿੰਘਾਸਨ ਮਿਲ ਜਾਣ ਤੇ ਵੀ ਚੰਦਰਹਾਸ ਨੇ ਈਸ਼ਵਰ ਭਗਤੀ ਛੱਡੀ ਨਹੀਂ। ਉਸੇ ਪ੍ਰਕਾਰ ਨਿਤ ਨਿਯਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਸਿਮਰਨ 'ਚ ਬੈਠਦਾ ਰਿਹਾ ਤੇ ਪ੍ਰਜਾ ਨੂੰ ਵੀ ਈਸ਼ਵਰ ਭਗਤੀ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਯਥਾ ਰਾਜਾ ਤਥਾ ਪ੍ਰਜਾ ਵਾਲੀ ਕਹਾਵਤ ਬਣ ਗਈ। ਜਿਹੋ ਜਿਹਾ ਰਾਜਾ ਤੇਹੋ ਦੀ ਪ੍ਰਜਾ ਖੁਦ ਬਖੁਦ ਆਪਣੇ ਆਪ ਹੀ ਬਣ ਜਾਂਦੀ ਹੈ। ਸਾਰੀ ਪ੍ਰਜਾ ਸੁਖ ਸ਼ਾਂਤੀ ਖੁਸ਼ਹਾਲੀ ਕਿਧਰੇ ਕੋਈ ਪਾਪ ਨਹੀਂ। ਲੋਕ ਵਰਤ ਆਦਿਕ ਰੱਖਦੇ ਤੇ ਇਕਾਦਸ਼ੀ ਦੇ ਵਰਤ ਵਾਲੇ ਦਿਨ ਇੱਕ ਸਿਮਰਨ ਤੋਂ ਬਗੈਰ ਹੋਰ ਕੋਈ ਵਸਤੂ ਦਾ ਸੇਵਨ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਤ੍ਰਿਸ਼ਟ ਬੁੱਧੀ ਦੇ ਅਧੀਨ ਇੱਕ ਹੋਰ 81 ਗ੍ਰਾਮੀਆਂ ਨਾਮੀ ਰਾਜਾ ਸੀ, ਜਿਹਨੂੰ ਤ੍ਰਿਸ਼ਟ ਬੁੱਧੀ ਨੇ ਕਾਸ਼ੀ ਪਿੰਡ ਦੇ ਕੇ ਰਾਜਾ ਸਥਾਪਨ ਕੀਤਾ ਸੀ। ਉਹ ਵੀ ਕੁਲਿੰਦ ਦੀ ਤਰ੍ਹਾਂ ਤ੍ਰਿਸ਼ਟ ਬੁੱਧੀ ਕੋਲ ਸ਼ਮਾਈ ਠੱਗੇ ਭਰਿਆ ਕਰਦਾ ਸੀ। ਪਰ ਜਿਸ ਵੇਲੇ ਉਹਨੇ ਚੰਦਰਹਾਸ ਦੀ ਮਹਿਮਾ ਸੁਣੀ ਤਾਂ ਵਿਚਾਰਿਆ ਕਿ ਉਸ ਜ਼ਾਲਮ ਦੁਸ਼ਟ ਅਨਿਆਂਕਾਰੀ ਤ੍ਰਿਸ਼ਟ ਬੁੱਧੀ ਪਾਸ ਠੱਗੇ ਭਰਨ ਨਾਲੋਂ ਚੰਦਰਹਾਸ ਪਾਸ ਕਿਉਂ ਨਾ ਠੱਗੇ ਭਰਿਆ ਕਰਾਂ। ਇਹ ਵਿਚਾਰ ਹੋਣ ਦੇ 81 ਗ੍ਰਾਮੀਆਂ ਰਾਜੇ ਨੇ ਆਪਣੇ ਠੱਗੇ ਚੰਦਰਹਾਸ ਦੇ ਕੋਲ ਭਰਨੇ ਸ਼ੁਰੂ ਕਰ ਦਿੱਤੇ ਤੇ ਚੰਦਰਹਾਸ ਨੇ ਵੀ ਤ੍ਰਿਸ਼ਟ ਬੁੱਧੀ ਪਾਸ ਆਪਣੇ ਟਕੇ ਭਰੇ ਨਹੀਂ ਸਨ। ਇਸ ਤਰ੍ਹਾਂ ਕਰਦਿਆਂ ਕਾਫੀ ਟਕੇ ਇਕੱਠੇ ਹੋ ਗਏ। ਸਮਾਂ ਪਾ ਕੇ ਇੱਕ ਦਿਨ ਰਾਜਾ ਕੁਲਿੰਦ ਦੀ ਦ੍ਰਿਸ਼ਟੀ ਟਕਿਆਂ ਦੇ ਪਈ ਤਾਂ ਸੋਚਿਆ ਕਿ ਇੰਨੇ ਟਕੇ ਕਿੱਥੋਂ ਆ ਗਏ। ਉਸ ਵੇਲੇ ਪੁੱਤਰ ਚੰਦਰਹਾਸ ਨੂੰ ਬੁਲਵਾ ਕੇ ਪੁੱਛਿਆ ਕਿ ਇੰਨੇ ਟਕੇ ਕਿਵੇਂ ਇਕੱਠੇ ਹੋ ਗਏ ਨੇ। ਤਾਂ ਚੰਦਰਹਾਸ ਨੇ ਸਾਰੀ ਗੱਲ ਕਹਿ ਸੁਣਾਈ। ਸਾਰੀ ਗੱਲ ਮਾਲੂਮ ਹੋਣ ਉਪਰੰਤ ਕੁਲਿੰਦ ਨੇ ਕਿਹਾ, ਹੇ ਪੁੱਤਰ, ਤ੍ਰਿਸ਼ਟ ਬੁੱਧੀ ਸਾਡਾ ਸੁਆਮੀ ਹੈ। ਉਹਨੇ ਹੀ ਸਾਨੂੰ ਪ੍ਰਗਣੇ ਦੇ ਕੇ ਰਾਜ ਸਥਾਪਨ ਕੀਤਾ ਹੈ। ਰਾਜਾ ਸਥਾਪਨ ਕੀਤਾ, ਰਾਜ ਭਾਗ ਦਾ ਮਾਲਕ ਬਣਾਇਆ। ਇਸ ਲਈ ਇਹ ਟਕੇ ਉਹਦੀ ਅਮਾਨਤ ਉਹਦੇ ਪਾਸ ਹੀ ਸਾਨੂੰ ਪਹੁੰਚਾ ਦੇਣੇ ਚਾਹੀਦੇ ਨੇ, ਆਪਣੇ ਕੋਲ ਰੱਖੇ ਯੋਗ ਨਹੀਂ। ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਚੰਦਰਹਾਸ ਨੇ ਪਿਤਾ ਦਾ ਹੁਕਮ ਮੰਨਦਿਆਂ, ਕਿਉਂਕਿ ਧਰਮੀ ਬੰਦੇ ਸੀ ਪਿਓ ਪੁੱਤਰ, ਉਸੇ ਵੇਲੇ ਵਿਨੋਦ ਨਾਮੇ ਵਜ਼ੀਰ ਨੂੰ ਸਾਰੇ ਟਕੇ ਦੇ ਕੇ ਤ੍ਰਿਸ਼ਟ ਬੁੱਧੀ ਪਾਸ ਟਕੇ ਭਰਨ ਲਈ ਸਭ ਕੁਝ ਸਮਝਾ ਕੇ ਭੇਜ ਦਿੱਤਾ। ਜਿਸ ਵੇਲੇ ਵਿਨੋਦ ਨੇ ਰਾਜੇ ਤ੍ਰਿਸ਼ਟ ਬੁੱਧੀ ਦੇ ਕੋਲ ਪੁੱਜ ਕੇ ਉਹਦੇ ਅੱਗੇ ਸਾਰੇ ਟਕੇ ਲਿਆ ਰੱਖੇ ਤਾਂ ਤ੍ਰਿਸ਼ਟ ਬੁੱਧੀ ਨੇ ਕਿਹਾ ਕਿ ਇੰਨੇ ਟਕੇ ਕਿੱਥੋਂ ਲੈ ਕੇ ਆਇਆ। ਤਾਂ ਵਿਨੋਦ ਨੇ ਕਿਹਾ ਕਿ ਹੇ ਰਾਜਨ, ਜਿਸ ਕੁਲਿੰਦ ਨੂੰ ਆਪਨੇ 20 ਗ੍ਰਾਮ ਦੇ ਕੇ ਰਾਜਾ ਥਾਪਿਆ ਉਹਨੇ ਭੇਜੇ ਨੇ। ਰਾਜਾ ਵੇਖ ਕੇ ਸੁਣ ਕੇ ਬੜਾ ਪ੍ਰਸੰਨ ਹੋਇਆ। ਫਿਰ ਵਿਨੋਦ ਦਾ ਆਦਰ ਸਤਿਕਾਰ ਕੀਤਾ, ਅੰਨ ਜਲ ਛਕਣ ਵਾਸਤੇ ਕਿਹਾ। ਅੱਗੋਂ ਵਜ਼ੀਰ ਵਿਨੋਦ ਨੇ ਕਿਹਾ, ਹੇ ਰਾਜਨ, ਅੱਜ ਇਕਾਦਸ਼ੀ ਆ। ਇਕਾਦਸ਼ੀ ਵਾਲੇ ਦਿਨ ਅਸੀਂ ਲੋਕ ਵਰਤ ਰੱਖਦੇ ਹਾਂ, ਇਸ ਲਈ ਅੱਜ ਦੇ ਦਿਨ ਅੰਨ ਜਲ ਭਾਵ ਕੁਝ ਵੀ ਪਦਾਰਥ ਨਹੀਂ ਛਕਣਾ।
ਇਹ ਸੁਣ ਕੇ ਤ੍ਰਿਸ਼ਟ ਬੁੱਧੀ ਨੇ ਕਿਹਾ ਕਿ ਖੋਟੀ ਚਾਲ ਕਿੰਨੇ ਪਾਈ ਆ ਤੁਹਾਨੂੰ ਓਏ, ਕਿਉਂਕਿ ਹੈ ਹੀ ਉਹਦੀ ਬੁੱਧੀ ਭ੍ਰਿਸ਼ਟ ਸੀਗੀ। ਤੁਹਾਨੂੰ ਇਹ ਪਖੰਡ ਕਰਨਾ ਕਿਸ ਨੇ ਸਿਖਾਇਆ? ਤ੍ਰਿਸ਼ਟ ਬੁੱਧੀ ਨੇ ਕਿਹਾ। ਤਾਂ ਵਿਨੋਦ ਨੇ ਕਿਹਾ ਕਿ ਰਾਜੇ ਕੁਲਿੰਦ ਨੇ ਆਪਣੇ ਪੁੱਤਰ ਨੂੰ ਰਾਜਗੱਦੀ ਪਰ ਸਥਾਪਨ ਕੀਤਾ ਹੈ, ਉਹ ਬਹੁਤ ਹੀ ਧਰਮਾਤਮਾ ਹੈ। ਉਹਨੇ ਤਾਂ ਸਾਰੇ ਸ਼ਹਿਰ ਨੂੰ ਚੰਗੇ ਪਾਸੇ ਲਗਾ ਕੇ ਸੁਧਾਰ ਦਿੱਤਾ। ਇਕਾਦਸ਼ੀ ਆਦਿਕ ਵਰਤ ਰੱਖਣ ਦਾ ਕੰਮ ਉਹਨੇ ਹੀ ਸਾਰੀ ਪ੍ਰਜਾ 'ਚ ਜਾਰੀ ਕੀਤਾ। ਜਿਸ ਵੇਲੇ ਗੱਲ ਸੁਣੀ ਤਾਂ ਤ੍ਰਿਸ਼ਟ ਬੁੱਧੀ ਨੇ ਵਿਚਾਰ ਕੇ ਕਿਹਾ ਕਿ ਉਹਦਾ ਤਾਂ ਕੋਈ ਪੁੱਤਰ ਹੈ ਹੀ ਨਹੀਂ ਸੀ, ਉਹਨੇ ਰਾਜਗੱਦੀ ਪਰ ਕਿਸ ਪੁੱਤਰ ਨੂੰ ਬਿਠਾਇਆ? ਤਾਂ ਵਿਨੋਦ ਨੇ ਦੱਸਿਆ ਕਿ ਰਾਜਾ ਕੁਲਿੰਦ ਇੱਕ ਦਿਨ ਬਾਹਰ ਸ਼ਿਕਾਰ ਖੇਡਣ ਲਈ ਗਿਆ ਹੋਇਆ ਸੀਗਾ। ਜੰਗਲ ਦੇ ਵਿੱਚ ਚੰਦਰਹਾਸ ਨਾਮੇ ਬਾਲਕ ਉਹਨੂੰ ਮਿਲਿਆ, ਜੋ ਬੜਾ ਬੁੱਧੀਮਾਨ ਧਰਮਾਤਮਾ ਈਸ਼ਵਰ ਭਗਤ ਨਿਕਲਿਆ। ਰਾਜ ਦੇ ਯੋਗ ਸਮਝ ਕੇ ਕੁਲਿੰਦ ਨੇ ਆਪਣਾ ਰਾਜ ਭਾਗ ਉਹਨੂੰ ਦੇ ਦਿੱਤਾ। ਚੰਦਰਹਾਸ ਦਾ ਨਾਮ ਸੁਣ ਕੇ ਤ੍ਰਿਸ਼ਟ ਬੁੱਧੀ ਨੂੰ ਸਣ ਕੱਪੜੀ ਅੱਗ ਲੱਗ ਗਈ। ਓਹੋ, ਬੜੀ ਚਿੰਤਾ ਹੋਈ ਕਿ ਅਜੇ ਉਹ ਚੰਦਰਹਾਸ ਬਾਲਕ ਜਿੰਦਾ ਹੈ। ਇਸ ਤਰ੍ਹਾਂ ਦੀਆਂ ਸੋਚਾਂ ਸੋਚ ਹੀ ਰਿਹਾ ਸੀ ਕਿ ਇੰਨੇ ਨੂੰ ਉਹਦਾ ਵਜ਼ੀਰ ਕਬੁੱਧੀ ਆ ਗਿਆ। ਰਾਜੇ ਨੇ ਆਪਦੀ ਚਿੰਤਾ ਉਹਦੇ ਨਾਲ ਸਾਂਝੀ ਕੀਤੀ। ਕਬੁੱਧੀ ਕਹਿਣ ਲੱਗਾ ਵੀ ਮੈਂ ਤਾਂ ਅੱਗੇ ਵੀ ਕਈ ਵਾਰ ਕਹਿ ਚੁੱਕਾ ਕਿ ਰਾਜਾ ਕੁਲਿੰਦ ਚੰਗਾ ਨਹੀਂ, ਉਹਦਾ ਬੰਦੋਬਸਤ ਜ਼ਰੂਰ ਕਰਨਾ ਚਾਹੀਦਾ, ਪਰ ਤੁਸਾਂ ਨੇ ਮੇਰੀ ਗੱਲ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਤ੍ਰਿਸ਼ਟ ਬੁੱਧੀ ਨੇ ਕਿਹਾ ਪਿੱਛੋਂ ਜੋ ਕੁਝ ਹੋ ਗਿਆ ਸੋ ਉਹਨੂੰ ਛੱਡ ਦੋ, ਹੁਣ ਅੱਗੇ ਕੋਈ ਉਪਰਾਲਾ ਦੱਸੋ ਕਿ ਹੁਣ ਕੀ ਕਰੀਏ। ਕੁਝ ਚਿਰ ਚੁੱਪ ਕਰਕੇ ਆਕਾਸ਼ ਵੱਲ ਤੱਕਦੇ ਹਾਂ ਕਬੁੱਧੀ ਨੇ ਕਿਹਾ ਕਿ ਕੁਲਿੰਦ ਦੇ ਵਜ਼ੀਰ ਵਿਨੋਦ ਨੂੰ ਕੈਦ ਕਰ ਦਿਓ ਤੇ ਆਪ ਮੇਰੇ ਨਾਲ ਕੁਲਿੰਦ ਦੇ ਰਾਜ ਵਿੱਚ ਚੱਲੋ, ਤੁਸੀਂ ਵੇਖਦੇ ਰਹਿਣਾ, ਆਪ ਦੀ ਕਿਰਪਾ ਨਾਲ ਸਭ ਮਸਲਾ ਹੱਲ ਹੋ ਜਾਏਗਾ। ਆਪਣੇ ਵਜ਼ੀਰ ਦਾ ਕਿਹਾ ਮੰਨ ਕੇ ਕੁਲਿੰਦ ਦੇ ਵਜ਼ੀਰ ਨੂੰ ਉਹਨਾਂ ਕੈਦ ਕਰ ਲਿਆ ਤੇ ਉਸੇ ਵੇਲੇ ਆਪਣੇ ਵਜ਼ੀਰ ਨਾਲ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ। ਜਿਸ ਵੇਲੇ ਰਾਜਾ ਕੁਲਿੰਦ ਨੇ ਰਾਜੇ ਤ੍ਰਿਸ਼ਟ ਬੁੱਧੀ ਦਾ ਆਉਣਾ ਸੁਣਿਆ ਤਾਂ ਬੜਾ ਸਨਮਾਨ ਕੀਤਾ, ਸੁੰਦਰ ਮਹਿਲਾਂ ਵਿੱਚ ਲੈ ਗਿਆ। ਫਿਰ ਪੁੱਤਰ ਚੰਦਰਹਾਸ ਨੂੰ ਜਾ ਕੇ ਕਿਹਾ ਕਿ ਇਹ ਪੁੱਤਰ ਸਾਡਾ ਸਵਾਮੀ ਆਇਆ ਹੈ, ਚੱਲ ਤੂੰ ਵੀ ਜਾ ਕੇ ਦਰਸ਼ਨ ਕਰ। ਪਿਤਾ ਦਾ ਬਚਨ ਮੰਨ ਕੇ ਚੰਦਰਹਾਸ ਨਾਲ ਹੀ ਚੱਲ ਪਿਆ। ਜਿਸ ਵੇਲੇ ਤ੍ਰਿਸ਼ਟ ਬੁੱਧੀ ਦੇ ਸਾਹਮਣੇ ਆਇਆ ਤਾਂ ਉਹ ਵੇਖ ਕੇ ਸੜ ਬਲ ਕੇ ਕੋਲੇ ਹੀ ਹੋ ਗਿਆ। ਨਾਲੀ ਈਸ਼ਵਰ ਦੇ ਪਿਆਰੇ ਚੰਦਰਹਾਸ ਦਾ ਪ੍ਰਤਾਪ ਸਹਾਰ ਨਾ ਸਕਿਆ ਤੇ ਕਿਹਾ ਕਿ ਇਹਨੂੰ ਮੇਰੀਆਂ ਅੱਖਾਂ ਤੋਂ ਪਰੇ ਲੈ ਜਾਓ। ਚੰਦਰਹਾਸ ਨੂੰ ਰਾਜ ਮੰਦਰ ਅੰਦਰ ਬਿਠਾ ਕੇ ਰਾਜਾ ਕੁਲਿੰਦ ਫਿਰ ਤ੍ਰਿਸ਼ਟ ਬੁੱਧੀ ਪਾਸ ਆ ਕੇ ਖਲੋ ਗਿਆ ਤੇ ਨਿਮਰਤਾ ਸਹਿਤ ਪੁੱਛਿਆ, ਇਹ ਸਵਾਮੀ ਜੀ ਕੀ ਹੁਕਮ ਹੈ? ਉਸ ਵੇਲੇ ਤ੍ਰਿਸ਼ਟ ਬੁੱਧੀ ਬਹੁਤ ਕ੍ਰੋਧ ਸਹਿਤ ਹੋਇਆ, ਬੋਲਿਆ ਕਿ ਤੂੰ ਇਸ ਲੜਕੇ ਨੂੰ ਕਿੱਥੋਂ ਪਕੜਿਆ? ਪਤਾ ਨਹੀਂ ਇਹ ਚੰਡਾਲ ਹੈ ਕਿ ਮੁਸਲਮਾਨ ਹੈ, ਤੈਨੂੰ ਸ਼ਰਮ ਨਹੀਂ ਆਈ ਜੋ ਇੱਕ ਨੀਚ ਨੂੰ ਪੁੱਤਰ ਬਣਾ ਕੇ ਰਾਜ ਦੇ ਦਿੱਤਾ? ਤ੍ਰਿਸ਼ਟ ਬੁੱਧੀ ਨੂੰ ਵੱਡਾ ਜਾਣ ਕੇ ਕੁਲਿੰਦ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ, ਕੁਝ ਨਾ ਬੋਲਿਆ। ਤ੍ਰਿਸ਼ਟ ਬੁੱਧੀ ਦੇ ਕਹਿਣ ਦੇ ਕੁਲਿੰਦ ਬਾਹਰ ਚਲਾ ਗਿਆ। ਪਿੱਛੋਂ ਤ੍ਰਿਸ਼ਟ ਬੁੱਧੀ ਤੇ ਵਜ਼ੀਰ ਕਬੁੱਧੀ ਦੋਹਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਅਜਿਹੀ ਜੁਗਤੀ ਕਰੀਏ ਜਿਸ ਨਾਲ ਇਹ ਮਰ ਜਾਏ ਤੇ ਪਤਾ ਵੀ ਨਾ ਕਿਸੇ ਨੂੰ ਲੱਗੇ ਕਿ ਮਾਰਿਆ ਕਿੰਨੇ ਹੈ। ਰਾਜੇ ਨੇ ਪੁੱਛਿਆ ਵੀ ਇਹ ਜੁਗਤੀ ਕਿਹੜੀ ਹੈ? ਤਾਂ ਕਬੁੱਧੀ ਨੇ ਕਿਹਾ, ਹੇ ਰਾਜਨ, ਆਪ ਜੀ ਦਾ ਪੁੱਤਰ ਜੋ ਮਦਨ ਸਿੰਘ ਹੈ ਉਸ ਵੱਲ ਆਪ ਚਿੱਠੀ ਲਿਖੋ ਕਿ ਹੇ ਪੁੱਤਰ, ਕੁਝ ਸੋਚ ਵਿਚਾਰ ਨਹੀਂ ਕਰਨੀ, ਕਿਸੇ ਪਾਸੋਂ ਪੁੱਛਣਾ, ਸਲਾਹ ਨਹੀਂ ਲੈਣੀ। ਤੇਰੇ ਪਾਸ ਜਿਸ ਵੇਲੇ ਵੀ ਮੇਰੀ ਚਿੱਠੀ ਲੈ ਕੇ ਚੰਦਰਹਾਸ ਆਵੇ ਉਸ ਨੂੰ ਬਿਖ ਦੇ ਦੇਣੀ। ਬਿਖ ਨਾਮ ਹੈ ਜ਼ਹਿਰ ਦਾ, ਬਿਖ ਬਬੇ ਸਿਆਰੀ ਖੱਖਾ, ਇਹ ਦੋ ਅੱਖਰ ਲਿਖੇ। ਇਸ ਤਰ੍ਹਾਂ ਲਿਖ ਕੇ ਚਿੱਠੀ ਇਸੇ ਹੀ ਚੰਦਰਹਾਸ ਦੇ ਹੱਥੀਂ ਇਹਦੇ ਭੇਜ ਦਿੰਦੇ ਆ। ਇਹ ਗੱਲ ਸੁਣ ਕੇ ਰਾਜਾ ਮੰਨ ਗਿਆ। ਉਸੇ ਵੇਲੇ ਚਿੱਠੀ ਲਿਖ ਕੇ ਪਾਸ ਰੱਖ ਲਈ ਤੇ ਰਾਜੇ ਕੁਲਿੰਦ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਸਾਡੀ ਪਿੱਛੇ ਕੋਈ ਜ਼ਰੂਰੀ ਵਸਤੂ ਰਹਿ ਗਈ ਹੈ, ਉਹ ਸਾਨੂੰ ਅਤੀ ਜ਼ਰੂਰੀ ਚਾਹੀਦੀ ਹੈ।
ਤੂੰ ਆਪਣੇ ਪੁੱਤਰ ਨੂੰ ਹੁਣੇ ਭੇਜ ਤਾਂ ਕਿ ਜਲਦੀ ਜਲਦੀ ਜਾ ਕੇ ਲੈ ਆਵੇ। ਕਪਟੀ ਸੁਭਾਅ ਤੋਂ ਰਹਿਤ ਕੁਲਿੰਦ ਆਪਣਾ ਸੁਆਮੀ ਸਮਝ ਕੇ ਤ੍ਰਿਸ਼ਟ ਬੁੱਧੀ ਦੇ ਕਹੇ ਅਨੁਸਾਰ ਚੰਦਰਹਾਸ ਨੂੰ ਬੁਲਾ ਕੇ ਲੈ ਆਇਆ। ਤੇ ਉਹਦੇ ਆਉਣ ਦੇ ਤ੍ਰਿਸ਼ਟ ਬੁੱਧੀ ਨੇ ਕਿਹਾ, ਤੂੰ ਪਿੱਛੇ ਸਾਡੇ ਸ਼ਹਿਰ ਵਿੱਚ ਜਾ ਕੇ ਮੇਰੇ ਪੁੱਤਰ ਨੂੰ ਚਿੱਠੀ ਵਿਖਾ ਕੇ ਇਸ ਚਿੱਠੀ ਦਾ ਜਵਾਬ ਜਲਦੀ ਲੈ ਕੇ ਆ। ਚੰਦਰਹਾਸ ਚਿੱਠੀ ਲੈ ਕੇ ਘੋੜੇ ਤੇ ਚੜ੍ਹ ਕੇ ਚੱਲ ਪਿਆ ਤੇ ਚਿੱਠੀ ਪੱਗ ਵਿੱਚ ਟੰਗ ਲਈ। ਘੋੜਸਵਾਰੀ ਦਾ ਚੰਗਾ ਮਾਹਰ ਹੋਣ ਕਰਕੇ ਪਲਾਂ ਜੀ ਮੀਲਾਂ ਬੱਧੀ ਸਫ਼ਰ ਕਰਕੇ ਤ੍ਰਿਸ਼ਟ ਬੁੱਧੀ ਦੀ ਰਾਜਧਾਨੀ ਕੋਲ ਪਹੁੰਚ ਗਿਆ। ਜੇਠ ਹਾੜ ਦੇ ਦਿਨ ਕੜਕਦੀ ਧੁੱਪ ਹੋਣ ਕਰਕੇ ਇਹਨੂੰ ਬਹੁਤ ਪਿਆਸ ਲੱਗੀ। ਇੱਕ ਬਾਗ ਦੇ ਪਹੁੰਚਿਆ ਜੋ ਤ੍ਰਿਸ਼ਟ ਬੁੱਧੀ ਦੀ ਲੜਕੀ ਵਿਖਿਆ ਦਾ ਬਾਗ ਸੀਗਾ। ਇਹਨੇ ਬਾਗ ਦੇ ਵਿੱਚ ਇੱਕ ਦਰਖਤ ਨਾਲ ਘੋੜਾ ਬੰਨ੍ਹ ਕੇ ਨੇੜੇ ਹੀ ਤਲਾਬ ਚੋਂ ਪਾਣੀ ਪੀਤਾ, ਮੂੰਹ ਹੱਥ ਧੋ ਕੇ ਪੈਰ ਪੁਰ ਧੋ ਕੇ ਤੇ ਕੁਝ ਸਮਾਂ ਆਰਾਮ ਕਰਨ ਲਈ ਸੰਘਣੇ ਦਰਖਤ ਦੀ ਛਾਵੇਂ ਲੇਟ ਗਿਆ। ਥਕਾਵਟ ਕਾਰਨ ਨੀਂਦ ਆ ਗਈ। ਇਧਰ ਤ੍ਰਿਸ਼ਟ ਬੁੱਧੀ ਰਾਜੇ ਦੀ ਲੜਕੀ ਵਿਖਿਆ, ਜਿਸ ਦਾ ਨਾਮ ਸੀਗਾ, ਜਿਸ ਦੇ ਵਰ ਲਈ ਇਹਦੇ ਭਰਾ ਮਦਨ ਸਿੰਘ ਨੇ ਆਪਣੇ ਪਿਤਾ ਤ੍ਰਿਸ਼ਟ ਬੁੱਧੀ ਨੂੰ ਆਪਣੇ ਵਜ਼ੀਰ ਕੁਬੁੱਧੀ ਨਾਲ ਬਾਹਰ ਜਾਣ ਲੱਗਿਆਂ ਕਿਹਾ ਸੀ ਕਿ ਪਿਤਾ ਜੀ, ਤੁਸੀਂ ਰਾਜ ਤੋਂ ਬਾਹਰ ਕਿਸੇ ਹੋਰ ਰਾਜੇ ਕੋਲ ਚੱਲੇ ਹੋ। ਹੁਣ ਮੇਰੀ ਭੈਣ ਵਰ ਦੇ ਯੋਗ ਹੈ, ਇਸ ਲਈ ਤੁਸੀਂ ਉਸ ਦੇ ਵਰ ਲਈ ਕੋਈ ਰਾਜਕੁਮਾਰ ਵੇਖ ਕੇ ਆਉਣਾ। ਉਸ ਮਦਨ ਸਿੰਘ ਦੀ ਭੈਣ ਵਿਖਿਆ ਆਪਣੀਆਂ ਸਖੀਆਂ ਸਹੇਲੀਆਂ ਨਾਲ ਆਪਣੇ ਬਾਗ 'ਚ ਸੈਰ ਕਰਨ ਲਈ ਆਈ ਸੀਗੀ। ਉਹਦੀ ਨਿਗਾਹ ਚੰਦਰਹਾਸ ਤੇ ਪਈ, ਵੇਖ ਕੇ ਕੋਲ ਆ ਗਈ। ਸਹੇਲੀਆਂ ਨੂੰ ਲਾਂਭੇ ਕਰਕੇ ਜਦ ਬਿਲਕੁਲ ਨਜ਼ਦੀਕ ਪਹੁੰਚੀ ਜਿੱਥੇ ਚੰਦਰਹਾਸ ਸੁੱਤਾ ਪਿਆ ਸੀ, ਉਹਦੇ ਚਿਹਰੇ ਵੱਲ ਵੇਖਦੀ ਰਹੀ। ਸੋਚਾਂ ਦੇ ਵਿੱਚ ਸੁਪਨਿਆਂ 'ਚ ਮਸਤ ਹੋ ਗਈ ਵੀ ਸ਼ਾਇਦ ਮੇਰੇ ਪਿਤਾ ਨੇ ਮੇਰੇ ਲਈ ਕੀਤਾ ਇਹੀ ਵਰ ਲੱਭ ਕੇ ਭੇਜਿਆ। ਫਿਰ ਸੋਚਣ ਲੱਗੀ ਭਾਵੇਂ ਮੇਰੇ ਲਈ ਭੇਜਿਆ ਹੋਵੇ ਜਾਂ ਨਾ, ਪਰ ਮੈਂ ਤਾਂ ਪ੍ਰਣ ਕਰਦੀ ਹਾਂ ਵੀ ਮੈਂ ਤਾਂ ਇਹਨੂੰ ਆਪ ਦਾ ਵਰ ਚੁਣਾਂਗੀ। ਇਸ ਤਰ੍ਹਾਂ ਸੁਪਨਿਆਂ ਦੀਆਂ ਸੋਚਾਂ ਸੋਚਦੀ ਇਹਦੀ ਨਜ਼ਰ ਉਹਦੀ ਦਸਤਾਰ 'ਚ ਟੰਗੀ ਚਿੱਠੀ ਦੇ ਪਈ। ਪਹਿਲਾਂ ਕੁਝ ਝਿਜਕੀ ਵੀ ਬਗਾਨੀ ਚਿੱਠੀ ਪੜ੍ਹਨੀ ਨਹੀਂ ਚਾਹੀਦੀ, ਫਿਰ ਦੂਜਾ ਸੰਗਲ ਫੁਰਿਆ ਵੀ ਹੁਣ ਤਾਂ ਮੈਨੂੰ ਆਪ ਦਾ ਪਤੀ ਮੰਨ ਚੁੱਕੀ ਹਾਂ ਤੇ ਘਰ ਵਾਲੀ ਲਈ ਚਿੱਠੀ ਪੜ੍ਹਨੀ ਕੋਈ ਬੁਰੀ ਗੱਲ ਨਹੀਂ ਹੈ। ਦੋਹਾਂ ਦੇ ਵਿਚਾਰ, ਦੋਨਾਂ ਦਾ ਭੇਤ ਆਪਸ 'ਚ ਸਾਂਝਾ ਹੁੰਦਾ। ਇਸ ਤਰ੍ਹਾਂ ਉਹਨੂੰ ਆਪ ਦਾ ਪਤੀ ਮੰਨ ਕੇ ਪੱਗ 'ਚੋਂ ਚਿੱਠੀ ਕੱਢ ਕੇ ਜਦ ਪੜ੍ਹੀ ਤਾਂ ਉਹਦੇ ਵਿੱਚ ਲਿਖਿਆ ਸੀਗਾ ਕਿ ਹੇ ਮਦਨ ਸਿੰਘ, ਇਹਨੂੰ ਜ਼ਹਿਰ ਦੇ ਦੇ, ਯਾਨੀ ਬਿਖ ਦੇ ਦੇ। ਉਹ ਹੈਰਾਨ ਪਰੇਸ਼ਾਨ ਹੋ ਗਈ, ਪੈਰਾਂ 'ਤੇ ਜ਼ਮੀਨ ਲੱਗ ਗਈ। ਇੰਨਾ ਸੋਹਣਾ ਮੁੰਡਾ, ਨੌਜਵਾਨ, ਇਹ ਮੇਰਾ ਪਿਤਾ ਇਹਨੂੰ ਮਾਰਨਾ ਕਿਉਂ ਚਾਹੁੰਦਾ ਹੈ? ਇਹ ਗੱਲ ਤਾਂ ਠੀਕ ਨਹੀਂ ਬਣਦੀ। ਉਹਨੇ ਕੀ ਕੀਤਾ, ਆਪਦੀਆਂ ਅੱਖਾਂ ਦੇ ਵਿੱਚੋਂ ਸੁਰਮਾ ਕੱਜਲ ਕੱਢਿਆ ਤੇ ਕੱਢ ਕੇ ਕੋਈ ਉਂਗਲ ਜਾਂ ਤੀਲੇ ਦੇ ਨਾਲ ਉਹ ਬਰੀਕ ਜਿਹਾ ਅੱਧਾ ਜਿਹਾ ਬਿਲਕੁਲ ਛੋਟਾ ਜਿਹਾ ਹੇਠਾਂ ਸੱਜੇ ਹੱਥ ਨਿਸ਼ਾਨ ਪੈਂਦਾ ਖੱਖੇ ਦੇ ਹੇਠਾਂ ਉਹ ਛੋਟਾ ਜਿਹਾ ਚੰਦਰਮਾ, ਅਰਧ ਚੰਦਰਮਾ ਜਿਸ ਤਰ੍ਹਾਂ ਹੁੰਦਾ ਅਰਧ ਚੰਦਰਾਕਾਰ, ਉਹ ਅੱਧਾ ਜਿਹਾ ਥੱਲੇ ਨਿਸ਼ਾਨ ਲਾ ਦਿੱਤਾ, ਜਿਸ ਤੋਂ ਉਹ ਬਿਖ ਦਾ ਅਰਥ ਵਿਖਿਆ। ਜਾਂ ਦੇ ਸਿਆਰੀ ਦੇ ਆੜੇ ਕੰਨਾਂ ਪਾ ਲਓ ਜਾਂ ਥੱਲੇ ਅੱਧਾ ਜਿਹਾ ਘੁੰਡੀ ਜੀ ਬਣਾ ਕੇ ਪਾ ਦਿਓ, ਉਹ ਵਿਖਿਆ ਬਣ ਗਿਆ। ਵਿਖਿਆ ਉਹਦਾ ਨਾਮ ਸੀਗਾ। ਚਿੱਡੀ ਉਸੇ ਤਰ੍ਹਾਂ ਉਹਨੇ ਪੱਗ ਦੇ ਵਿੱਚ ਹੀ ਟੰਗ ਦਿੱਤੀ ਤੇ ਆਪ ਸਹੇਲੀਆਂ ਨੂੰ ਦੌੜ ਕੇ ਜਾ ਮਿਲੀ। ਚੰਦਰਹਾਸ ਉੱਠਿਆ, ਸ਼ਾਮਾਂ ਪੈਂਦੀਆਂ ਜਾਣ ਕੇ ਸ਼ੇਸ਼ੇ ਦੀ ਘੋੜੇ ਦੇ ਸਵਾਰ ਹੋ ਕੇ ਤ੍ਰਿਸ਼ਟ ਬੁੱਧੀ ਦੇ ਰਾਜ ਦਰਬਾਰ 'ਚ ਪਹੁੰਚ ਗਿਆ। ਜਾ ਕੇ ਰਾਜੇ ਦੇ ਪੁੱਤਰ ਮਦਨ ਸਿੰਘ ਨੂੰ ਮਿਲਿਆ ਤੇ ਮਦਨ ਸਿੰਘ ਨੂੰ ਚਿੱਠੀ ਦਿੰਦਿਆਂ ਗਿਆ, ਇਹ ਚਿੱਠੀ ਤੁਹਾਡੇ ਪਿਤਾ ਨੇ ਮੈਨੂੰ ਦੇ ਕੇ ਭੇਜਿਆ। ਮਦਨ ਸਿੰਘ ਨੇ ਚਿੱਠੀ ਲੈ ਕੇ ਪੜ੍ਹੀ, ਪੜ੍ਹ ਕੇ ਉਹ ਗਦਗਦ ਹੋ ਉੱਠਿਆ। ਪਿਤਾ ਦੀ ਸ਼ਲਾਘਾ ਕਰਨ ਲੱਗਿਆ ਕਿ ਵੇਖੋ ਪਿਤਾ ਜੀ ਨੇ ਕਿੰਨਾ ਤੇਜ਼ ਪ੍ਰਤਾਪ ਵਾਲਾ ਅਕਲਮੰਦ ਵਰ ਸੁੰਦਰ ਨੌਜਵਾਨ ਮੇਰੀ ਭੈਣ ਲਈ ਲੱਭ ਕੇ ਭੇਜਿਆ। ਮਦਨ ਸਿੰਘ ਨੇ ਆਪਣੀ ਮਾਤਾ, ਭੈਣ ਤੇ ਹੋਰ ਸਲਾਹਕਾਰ ਮੰਤਰੀਆਂ ਨਾਲ ਮਸ਼ਵਰਾ ਕਰਕੇ ਤੇ ਚਿੱਠੀ ਦਿਖਾ ਕੇ ਉਹਨਾਂ ਨੂੰ ਯਕੀਨ ਦਿਵਾ ਕੇ ਕਿ ਪਿਤਾ ਦਾ ਹੁਕਮ ਹੈ,
ਉਸੇ ਵਕਤ ਵਿਆਹ ਦਾ ਸਾਰਾ ਸਾਜੋ ਸਮਾਨ ਤਿਆਰ ਕਰਵਾ ਕੇ ਬਹੁਤ ਧੂਮ ਧੜਕੇ ਨਾਲ ਨੱਚ ਕੇ ਗਾ ਕੇ ਆਪਣੀ ਭੈਣ ਵਿਖਿਆ ਦਾ ਵਿਆਹ ਤੇ ਚੰਦਰਹਾਸ ਨਾਲ ਕਰ ਦਿੱਤਾ। ਤੇ ਪਿਤਾ ਨੂੰ ਦੱਸਣ ਲਈ ਚਿੱਠੀ ਲੈ ਕੇ ਭੇਜ ਦਿੱਤੀ ਕਿ ਪਿਤਾ, ਆਪ ਜੀ ਦੇ ਹੁਕਮ ਅਨੁਸਾਰ ਆਪਣੀ ਭੈਣ ਵਿਖਿਆ ਦਾ ਵਿਆਹ ਮੈਂ ਚੰਦਰਹਾਸ ਨਾਲ ਕਰ ਦਿੱਤਾ ਹੈ। ਜਦ ਹਕਾਰਾ ਚਿੱਠੀ ਲੈ ਕੇ ਤ੍ਰਿਸ਼ਟ ਬੁੱਧੀ ਰਾਜੇ ਕੋਲ ਪਹੁੰਚਿਆ ਤਾਂ ਉਹਨੇ ਚਿੱਠੀ ਪੜ੍ਹੀ। ਚਿੱਠੀ ਪੜ੍ਹਦਿਆਂ ਸਾਰੀ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ। ਫਿਰ ਉਹ ਵਸ਼ ਵਿੱਚ ਆ ਕੇ ਸੋਚਣ ਲੱਗਾ ਕਿ ਕੋਈ ਕਰਮਾਂ ਦਾ ਹੀ ਚੱਕਰ ਐਸਾ ਬਣਿਆ। ਜਦ ਰਾਜਾ ਤ੍ਰਿਸ਼ਟ ਬੁੱਧੀ ਵਾਪਸ ਮਹਿਲਾਂ ਵਿੱਚ ਆਇਆ ਤਾਂ ਲੋਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਵਧਾਈਆਂ ਦੇਣ ਵਾਲਿਆਂ ਨੂੰ ਬੁਰੇ ਭਲੇ ਸ਼ਬਦ ਕਹਿਣ ਲੱਗਿਆ, ਜਿਸ ਤਰ੍ਹਾਂ ਕੋਈ ਬੰਦੇ ਦਾ ਸਿਰ ਨਹੀਂ ਭੌਂ ਜਾਂਦਾ, ਕਮਲਾ ਬੰਦਾ। ਲੋਕਾਂ ਵੇਖਿਆ ਵੀ ਚੰਗਾ ਭਲਾ ਸੀ ਰਾਜਾ, ਇਹ ਗਾਲਾਂ ਕਿਉਂ ਕੱਢਣ ਲੱਗ ਪਿਆ? ਅਸੀਂ ਇਹਨੂੰ ਵਧਾਈ ਦਿੰਦੇ ਆ, ਇਹ ਉਲਟਾ ਹੋਰੀ ਤਰ੍ਹਾਂ ਬੋਲਦਾ। ਕਿਉਂਕਿ ਈਰਖਾਲੂ ਬੰਦਾ ਅੰਦਰੋਂ ਅੰਦਰ ਸੜਿਆ ਹੁੰਦਾ। ਜਦ ਚੰਦਰਹਾਸ ਤੇ ਮਦਨ ਸਿੰਘ ਦੋਵੇਂ ਆ ਕੇ ਰਾਜੇ ਨੂੰ ਮਿਲੇ ਜਾਂ ਚੰਦਰਹਾਸ ਨੂੰ ਵੇਖਦਿਆਂ ਸਾਰੀ ਤਸ਼ਬਦੀ ਦਾ ਸੀਨਾ ਪਾੜ ਕੇ ਦੋ ਟੋਟੇ ਹੋ ਗਿਆ, ਸੜ ਬਲ ਕੇ ਕੋਲੇ ਹੀ ਹੋ ਗਿਆ, ਸਵਾਹੀ ਬਣ ਗਿਆ। ਰੁੱਖੇ ਸ਼ਬਦਾਂ ਨਾਲ ਚੰਦਰਹਾਸ ਨੂੰ ਕਹਿਣ ਲੱਗਾ, ਤੂੰ ਪਰੇ ਚਲਿਆ ਜਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ। ਮੈਂ ਆਪਣੇ ਪੁੱਤਰ ਮਦਨ ਸਿੰਘ ਨਾਲ ਕੁਝ ਵਿਚਾਰ ਕਰਨੀ ਹੈ। ਚੰਦਰਹਾਸ ਨੇ ਜਾਣ ਤੋਂ ਬਾਅਦ, ਚੰਦਰਹਾਸ ਦੇ ਪਰੇ ਹੋਣ ਤੋਂ ਬਾਅਦ ਰਾਜੇ ਨੇ ਆਪਣੇ ਪੁੱਤਰ ਨੂੰ ਬੜੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਤੂੰ ਕੀ ਕੀਤਾ ਓਏ? ਆਪਣੀ ਭੈਣ ਦਾ ਰਿਸ਼ਤਾ ਤੂੰ ਇਹਦੇ ਨਾਲ ਜੋੜ ਦਿੱਤਾ। ਉਸ ਵੇਲੇ ਮਦਨ ਸਿੰਘ ਕਹਿਣ ਲੱਗਾ, ਪਿਤਾ ਜੀ, ਤੁਸੀਂ ਚਿੱਠੀ 'ਚ ਲਿਖਿਆ ਸੀ ਕਿ ਬੇਖਿਆ ਦੇ ਦੇਣੀ, ਮੈਂ ਉਹੀ ਆਪ ਜੀ ਦਾ ਬਚਨ ਪੂਰਾ ਕੀਤਾ। ਕਹਿੰਦੇ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ। ਪੁੱਤਰ ਤੋਂ ਐਸਾ ਬਚਨ ਸੁਣ ਕੇ ਮੱਥੇ ਤੇ ਹੱਥ ਮਾਰਦਾ ਅਫਸੋਸ ਕਰਨ ਲੱਗਿਆ। ਥੋੜੇ ਸਮੇਂ ਬਾਅਦ ਸੋਚਣ ਲੱਗਿਆ ਕਿ ਭਾਵੇਂ ਮੇਰੀ ਪੁੱਤਰੀ ਵਿਧਵਾ ਵੀ ਕਿਉਂ ਨਾ ਹੋ ਜਾਏ, ਪਰ ਮੈਂ ਇਸ ਲੜਕੇ ਨੂੰ ਮਾਰ ਕੇ ਸੁੱਖ ਦਾ ਸਾਹ ਲਾਂ। ਇਹ ਮੇਰੇ ਘਰ ਦਾ ਮਾਲਕ ਕਿਵੇਂ ਬਣ ਗਿਆ? ਇਨ੍ਹਾਂ ਹੀ ਦਿਨਾਂ ਵਿੱਚ ਰਾਜੇ ਕੰਤੂਹਲ ਨੇ ਆਪਣੀ ਕੰਨਿਆ ਦੇ ਵਰ ਲਈ ਸੁੰਬਰ ਰਚਿਆ ਹੋਇਆ ਸੀ। ਉਸ ਉੱਤੇ ਤ੍ਰਿਸ਼ਟ ਬੁੱਧੀ ਨੇ ਆਪਣੇ ਪੁੱਤਰ ਮਦਨ ਸਿੰਘ ਨੂੰ ਇਸ ਤਰ੍ਹਾਂ ਕਹਿ ਕੇ ਭੇਜ ਦਿੱਤਾ ਕਿ ਪੁੱਤਰ, ਰਾਜੇ ਕੰਤੂਹਲ ਨੇ ਆਪਣੀ ਲੜਕੀ ਦਾ ਸੁੰਬਰ ਰਚਿਆ ਹੋਇਆ, ਉੱਥੇ ਬਹੁਤ ਸਾਰੇ ਰਾਜਕੁਮਾਰ ਇਕੱਠੇ ਹੋ ਰਹੇ ਨੇ, ਤੂੰ ਵੀ ਚਲਿਆ ਜਾ, ਕੀ ਪਤਾ ਤੇਰਾ ਕੰਮ ਹੀ ਬਣ ਜੇ। ਪਤਾ ਨਹੀਂ ਉਹ ਰਾਜ ਲੜਕੀ ਤੈਨੂੰ ਹੀ ਆਪਣਾ ਵਰ ਪਸੰਦ ਕਰ ਲਏ। ਇਸ ਤਰ੍ਹਾਂ ਦੇ ਬਚਨ ਸੁਣ ਕੇ ਪਿਤਾ ਦੀ ਆਗਿਆ ਮੰਨ ਕੇ ਮਦਨ ਸਿੰਘ ਦਾ ਰਾਜੇ ਕੰਦੂਹਲ ਦੀ ਰਾਜਧਾਨੀ ਚਲਾ ਗਿਆ ਤੇ ਪਿੱਛੋਂ ਚੰਦਰਹਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਪੁੱਤਰ, ਸਾਡੀ ਵੰਸ਼ ਦੀ ਇਹ ਮਰਜ਼ਾਦਾ ਹੈ ਕਿ ਜਿਹੜਾ ਸਾਡਾ ਜਵਾਈ ਵਿਆਹ ਤੋਂ ਬਾਅਦ ਸਾਡੇ ਘਰ ਆਵੇ, ਉਹ ਪਹਿਲੇ ਦੇਵੀ ਦਾ ਪੂਜਨ ਕਰਨਾ ਹੁੰਦਾ ਉਹਨੂੰ। ਇਸ ਲਈ ਪਹਿਲਾਂ ਤੂੰ ਜਾ ਕੇ ਦੇਵੀ ਦਾ ਪੂਜਨ ਕਰਿਆ। ਇੱਕ ਤਰਫ ਤਾਂ ਚੰਦਰਹਾਸ ਨੂੰ ਦੇਵੀ ਮੰਦਿਰ ਜਾਣ ਲਈ ਕਹਿ ਦਿੱਤਾ ਤੇ ਅੰਦਰ ਖਾਤੇ ਜਲਾਦ ਨੂੰ ਕੋਲ ਬੁਲਾ ਕੇ ਤੇ ਧਨ ਦਾ ਲਾਲਚ ਦੇ ਕੇ ਕਹਿ ਦਿੱਤਾ ਕਿ ਤੁਸੀਂ ਕੱਲ ਨੂੰ ਦੇਵੀ ਮੰਦਿਰ ਕੋਲ ਜਾ ਕੇ ਲੋਕੇ ਬਹਿ ਜਾਣਾ। ਜਿਹੜਾ ਵੀ ਨੌਜਵਾਨ ਰਾਜਕੁਮਾਰ ਵਾਲੇ ਪਹਿਰਾਵੇ ਵਿੱਚ ਆਏ ਉਹਨੂੰ ਵੇਖਣਾ ਨਹੀਂ, ਉਹਦੀ ਪਹਿਚਾਣ ਨਹੀਂ ਕਰਨੀ, ਕਿਸੇ ਨੂੰ ਪੁੱਛਣਾ ਨਹੀਂ, ਦੱਸਣਾ ਨਹੀਂ, ਬਿਨਾਂ ਸੋਚੇ ਸਮਝੇ ਵਿਚਾਰੇ ਉਹਦਾ ਕਤਲ ਕਰ ਦੇਣਾ ਜਿਹੜਾ ਵੀ ਆਏ। ਇੰਜ ਜਲਾਦਾਂ ਨੂੰ ਦੇਵੀ ਮੰਦਿਰ ਦੇ ਵੱਲ ਪਹਿਲਾਂ ਹੀ ਭੇਜ ਦਿੱਤਾ। ਉਧਰ ਜਿੱਥੇ ਮਦਨ ਸਿੰਘ ਕੰਤੂਹਲ ਦੀ ਲੜਕੀ ਦੇ ਸਵੰਬਰ ਤੇ ਗਿਆ ਹੋਇਆ ਸੀ, ਉਹ ਸਵੰਬਰ ਵਿੱਚ ਕੰਤੂਹਲ ਦੀ ਲੜਕੀ ਨੇ ਕਿਸੇ ਨੂੰ ਵੀ ਪਸੰਦ ਨਾ ਕੀਤਾ। ਫਿਰ ਵਾਪਸੀ ਵੇਲੇ ਮਦਨ ਸਿੰਘ ਨੂੰ ਰਸਤੇ ਚੰਦਰਹਾਸ ਮਿਲ ਗਿਆ ਤੇ ਉਸ ਵੇਲੇ ਮਦਨ ਸਿੰਘ ਨੇ ਚੰਦਰਹਾਸ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਚੱਲੇ ਹੋ? ਤਾਂ ਚੰਦਰਹਾਸ ਨੇ ਕਿਹਾ, ਮੈਂ ਦੇਵੀ ਮੰਦਿਰ ਵਿੱਚ ਪੂਜਾ ਕਰਨ ਚੱਲਿਆ। ਮਦਨ ਸਿੰਘ ਨੇ ਕਿਹਾ, ਤੇਰੀ ਜਗ੍ਹਾ ਮੈਂ ਦੇਵੀ ਮੰਦਿਰ ਜਾ ਆਉਂਦਾ ਤੇ ਤੂੰ ਰਾਜੇ ਕੰਦੂਹਲ ਦੀ ਰਾਜਕੁਮਾਰੀ ਦੇ ਰਚੇ ਸਵੰਬਰ ਵਿੱਚ ਜਾ ਆਇਆ। ਉਹਦੇ ਕੋਈ ਵਰ ਪਸੰਦ ਨਹੀਂ ਆਉਂਦਾ, ਤੂੰ ਚੰਗੇ ਸੁੰਦਰ ਸਰੂਪ ਵਾਲਾ ਤੇਜ ਪ੍ਰਤਾਪੀ ਰਾਜਾ ਹੈ, ਕੀ ਪਤਾ ਤੇਰਾ ਹੀ ਕੰਮ ਬਣ ਜੇ, ਤੂੰ ਜਾ ਕੇ ਉਹਨੂੰ ਵਰ ਲਿਆ।
ਇਹ ਮਦਨ ਸਿੰਘ ਪੂਜਣ ਲਈ ਦੇਵੀ ਮੰਦਰ ਜਾ ਪਹੁੰਚਿਆ। ਜਲਾਦਾਂ ਨੇ ਕੁਝ ਨਹੀਂ ਵੇਖਿਆ, ਜਾਂਦਿਆਂ ਸਾਰੀ ਉਹਦਾ ਸਿਰ ਵੜ ਦਿੱਤਾ ਤੇ ਮਦਨ ਸਿੰਘ ਉਸੇ ਵੇਲੇ ਮਰ ਗਿਆ। ਉਧਰ ਜਦ ਚੰਦਰਹਾਸ ਕੰਦੂਹਲ ਦੀ ਰਾਜਧਾਨੀ 'ਚ ਜਿੱਥੇ ਰਾਜਕੁਮਾਰੀ ਦਾ ਸੁੰਬਰ ਰਚਿਆ ਸੀ, ਉੱਥੇ ਜਦ ਪਹੁੰਚਿਆ ਤਾਂ ਉਸ ਰਾਜੇ ਦੀ ਕੰਨਿਆ ਨੇ ਚੰਦਰਹਾਸ ਦੇ ਸੁੰਦਰ ਚਿਹਰੇ ਮੋਰੇ ਨੂੰ ਵੇਖ ਕੇ ਤੇ ਬਿਨਾਂ ਕੋਈ ਸੋਚੇ ਸਮਝੇ ਜੈਮਾਲਾ ਚੰਦਰਹਾਸ ਦੇ ਗਲ 'ਚ ਪਾ ਦਿੱਤੀ। ਰਾਜੇ ਨੇ ਉਸੇ ਵੇਲੇ ਆਪਣੀ ਰਾਜਪੁੱਤਰੀ ਦਾ ਵਿਆਹ ਚੰਦਰਹਾਸ ਨਾਲ ਕਰ ਦਿੱਤਾ। ਜਦ ਕੁਝ ਦਿਨ ਉਹਦੇ ਕੋਲ ਰਿਹਾ ਤਾਂ ਚੰਦਰਹਾਸ ਦੀ ਰਹਿਣੀ ਬਹਿਣੀ ਤੇ ਲਿਆਕਤ ਤੇ ਪ੍ਰਸੰਨ ਹੋ ਕੇ ਰਾਜੇ ਕੰਦੂਹਲ ਦਾ ਆਪਣਾ ਸਕਾ ਪੁੱਤਰ ਕੋਈ ਨਹੀਂ ਸੀਗਾ, ਨਾ ਹੋਣ ਕਰਕੇ ਇਹਨੂੰ ਆਪਣਾ ਹੀ ਪੁੱਤਰ ਸਮਝ ਕੇ ਆਪਣੀ ਰਾਜਧਾਨੀ ਦਾ ਰਾਜ ਤਿਲਕ ਚੰਦਰਹਾਸ ਨੂੰ ਦੇ ਕੇ ਤੇ ਧੀ ਦੇ ਕੇ ਤੇ ਪੁੱਤ ਬਣਾਈ ਦਾ ਇਉਂ ਰਾਜਕੁਮਾਰ ਸਮਝ ਕੇ ਆਪਦਾ ਪੁੱਤ ਸਮਝ ਕੇ ਸਿੰਘਾਸਨ ਤੇ ਉਹਨੂੰ ਬਿਠਾ ਦਿੱਤਾ। ਕੁਝ ਸਮੇਂ ਬਾਅਦ ਚੰਦਰਹਾਸ ਨੇ ਬੇਨਤੀ ਕੀਤੀ ਕਿ ਮੈਂ ਆਪਣੇ ਧਰਮੀ ਪਿਤਾ ਰਾਜੇ ਕੁਲਿੰਦ ਨੂੰ ਤੇ ਮਦਨ ਸਿੰਘ ਨੂੰ ਮਿਲਣ ਜਾਣਾ ਹੈ, ਆਪ ਮੈਨੂੰ ਆਗਿਆ ਦੇਵੋ। ਉਸ ਵਕਤ ਚੰਦਰਹਾਸ ਰਾਜੇ ਕੰਦੂਹਲ ਤੋਂ ਆਗਿਆ ਲੈ ਕੇ ਤ੍ਰਿਸ਼ਟਬੁੱਧੀ ਕੋਲ ਪਹੁੰਚਿਆ। ਤ੍ਰਿਸ਼ਟਬੁੱਧੀ ਚੰਦਰਹਾਸ ਨੂੰ ਫਿਰ ਜਿਉਂਦਾ ਵੇਖ ਕੇ ਇੰਨਾ ਘਬਰਾ ਗਿਆ ਕਿ ਉਹਨੂੰ ਹਾਰਟ ਅਟੈਕ ਆਉਣੋਂ ਮਸਾਂ ਬਚਿਆ। ਪੁੱਛਿਆ, ਹੋਏ ਨਿਕੰਮਿਆ, ਤੂੰ ਦੇਵੀ ਪੂਜਨ ਲਈ ਨਹੀਂ ਕਿਹਾ, ਮੇਰੀ ਗੱਲ ਨਹੀਂ ਮੰਨੀ ਹੋਏ? ਤਾਂ ਚੰਦਰਹਾਸ ਨੇ ਕਿਹਾ ਵੀ ਮਹਾਰਾਜ ਮੈਂ ਤਾਂ ਜਾ ਰਿਹਾ ਸੀ, ਆਪਦੇ ਸਾਹਿਬਜ਼ਾਦਿਆਂ ਨੇ ਮੈਨੂੰ ਰੋਕ ਦਿੱਤਾ। ਉਹ ਮਦਨ ਸਿੰਘ ਵਾਲੀ ਸਾਰੀ ਵਾਰਤਾ ਕਹਿ ਸੁਣਾਈ ਤੇ ਮਦਨ ਸਿੰਘ ਨੇ ਰਸਤੇ 'ਚ ਮੈਨੂੰ ਰਾਜੇ ਕੰਦੂਹਲ ਦੀ ਪੁੱਤਰੀ ਦੇ ਵਿਆਹ ਸੁੰਬਰ 'ਚ ਭੇਜ ਦਿੱਤਾ ਸੀ ਤੇ ਮਦਨ ਸਿੰਘ ਆਪ ਦੇਵੀ ਦੇ ਪੂਜਨ ਲਈ ਚਲਾ ਗਿਆ ਸੀ। ਇਹ ਗੱਲ ਸੁਣ ਕੇ ਤ੍ਰਿਸ਼ਟਬੁੱਧੀ ਗਸ਼ ਖਾ ਕੇ ਉੱਥੇ ਡਿੱਗ ਕੇ ਬੇਹੋਸ਼ ਹੋ ਗਿਆ ਵੀ ਉਹ ਤਾਂ ਮੇਰਾ ਹੀ ਪੁੱਤਰ ਮਾਰਿਆ ਗਿਆ। ਰਾਜਾ ਤ੍ਰਿਸ਼ਟਬੁੱਧੀ ਜਲਦੀ ਨਾਲ ਉਸ ਮੰਦਰ ਦੇ ਕੋਲ ਪਹੁੰਚਿਆ, ਸੁਰਤ ਸੰਭਾਲੀ, ਮੂੰਹ ਮਾਂ ਪੂੰਝਿਆ, ਝੱਗ ਵਗਦੀ, ਬੜੀ ਮੁਸ਼ਕਲ ਬੁਰੇ ਹਾਲ। ਜਿੱਥੇ ਚੰਦਰਹਾਸ ਨੂੰ ਦੇਵੀ ਦਾ ਪੂਜਨ ਕਰਨ ਲਈ ਭੇਜ ਰਿਹਾ ਸੀ, ਜਦ ਰਾਜਾ ਉੱਥੇ ਪਹੁੰਚਿਆ ਤੇ ਆਪਣੇ ਪੁੱਤਰ ਮਦਨ ਸਿੰਘ ਦਾ ਸਿਰ ਕੱਟਿਆ ਵੇਖਿਆ, ਉੱਥੇ ਮੰਦਰ ਦੀਆਂ ਕੰਧਾਂ ਨਾਲ ਮੱਥਾ ਮਾਰ ਕੇ ਟਕਰਾ ਕੇ ਉੱਥੇ ਆਪਦੀ ਜਾਨ ਖੁਦ ਆਪਦੇ ਹੱਥੀਂ ਖਤਮ ਕਰ ਦਿੱਤੀ। ਜਿਹੜਾ ਚੰਦਰਹਾਸ ਨੂੰ ਮਾਰਨਾ ਚਾਹੁੰਦਾ ਸੀਗਾ, ਰੱਬ ਦੀ ਕੁਦਰਤ ਵੇਖੋ, ਉਹਨੂੰ ਉਹਦੀ ਆਤਮਾ ਨੇ ਖੁਦ ਇੰਨੀਆਂ ਲਾਹਨਤਾਂ ਮਾਈਆਂ ਵੀ ਆਪਣੇ ਆਪ ਤੋਂ ਦੁਖੀ ਹੋ ਗਿਆ। ਆਪਦੇ ਕੀਤੇ ਪਾਪ ਕਰਮਾਂ ਕਰਕੇ ਕਿਸੇ ਨੂੰ ਦੁੱਖ ਤੰਗੀ ਦੇਣਾ, ਉਹ ਆਪਣੇ ਆਪ 'ਚ ਹੀ ਦੁਖੀ ਹੋ ਗਿਆ ਤੇ ਰੋਂਦਾ ਪਿੱਟਦਾ ਟੱਕਰਾ ਮਾਰ ਕੇ ਉੱਥੇ ਮੰਦਰ ਦੇ ਵਿੱਚ ਹੀ ਮਰ ਗਿਆ। ਜਦ ਰਾਣੀਆਂ ਨੇ ਉਹਦੀ ਧੀ ਵਿਖਿਆ ਨੂੰ ਪਤਾ ਲੱਗਿਆ, ਰਾਣੀਆਂ ਮੰਦਰ ਵੱਲ ਨੂੰ ਰੋਂਦੀਆਂ ਪਿੱਟਦੀਆਂ ਚਲੀਆਂ ਗਈਆਂ, ਪਰੰਤੂ ਵਿਖਿਆ ਆਪਣੇ ਪਤੀ ਚੰਦਰਹਾਸ ਕੋਲ ਪਹੁੰਚੀ। ਰੱਬ ਦਾ ਭਗਤ ਜਾਣ ਕੇ ਬੇਨਤੀ ਕਰਕੇ ਸਾਰੀ ਗੱਲ ਦੱਸੀ ਤੇ ਕਹਿਣ ਲੱਗੀ, ਹੇ ਪਤੀ ਦੇਵ, ਆਪ ਪਰਮੇਸ਼ਰ ਦੇ ਪਿਆਰੇ ਹੋ, ਮਿਹਰ ਕਰੋ, ਮੇਰੇ ਪਿਤਾ ਦੇ ਭਰਾ ਨੂੰ ਬਖਸ਼ ਲਓ, ਕਿਉਂਕਿ ਰੱਬ ਤੁਹਾਡੀ ਸਹਾਇਤਾ ਕਰਦਾ ਹੈ। ਚੰਦਰਹਾਸ ਨੇ ਦਿਆਲਤਾ ਵਾਲੇ ਸੁਭਾਅ ਅਨੁਸਾਰ ਪਰਮੇਸ਼ਰ ਅੱਗੇ ਬੇਨਤੀ ਕੀਤੀ ਤੇ ਪਰਮੇਸ਼ਰ ਦੀ ਮਿਹਰ ਸਦਕਾ ਦੋਵੇਂ ਸਰਜੀਤ ਹੋ ਗਏ। ਰੱਬ ਦੇ ਭਗਤ ਵੈਰ ਕਰਦੇ ਨੇ, ਪਰ ਪਰਮਾਤਮਾ ਨਹੀਂ ਉਹਨਾਂ ਨੂੰ ਛੱਡਦਾ। ਸੰਤ ਕਾ ਦੋਖੀ ਹੋ ਬਿਲ ਲਾਏ, ਜਿਉ ਜਲ ਵਿਹੋਣ ਮਛਲੀ ਤੜਫੜਾਏ। ਬੀਬੀ ਇੰਦਰਾ ਦੀ ਹਾਲਤ ਤੁਸੀਂ ਆਪਦੀਆਂ ਅੱਖਾਂ ਨਾਲ ਵੇਖੀ ਆ, ਜਿਨੇ ਸੰਤਾਂ ਨਾਲ ਵੈਰ ਕਮਾਇਆ। ਇੱਕ ਜਲੰਧਰ ਦਾ ਪੁਲਿਸ ਆਫੀਸਰ ਸੀਗਾ, ਮੈਂ ਉਹਦਾ ਨਾਮ ਨਹੀਂ ਲੈਣਾ, ਉਹਨੇ ਇੰਨੇ ਸਿੰਘ ਮਾਰੇ, ਇੰਨਾ ਦੁਖੀ ਕੀਤਾ, ਇੰਟਰੋਗੇਟ ਕੀਤੇ ਤੇ ਜਿਸ ਵਕਤ ਉਹਦੀ ਕਿਸੇ ਨੇ ਬਾਤ ਨਾ ਪੁੱਛੀ, ਕੰਮ ਹੋਣ ਤੋਂ ਬਾਅਦ ਉਹ ਆਪਣੇ ਆਪ ਤੋਂ ਇੰਨਾ ਦੁਖੀ ਹੋਇਆ। ਮੈਂ ਸੁਣਿਆ ਕਿ ਉਹ ਜੇਲ੍ਹ 'ਚ ਪਿਆ ਸੀਗਾ ਤੇ ਜਲੰਧਰ ਰੇਲਵੇ ਲਾਈਨ ਤੇ ਆ ਕੇ ਉਹਨੇ ਆਪ ਦਾ ਸਿਰ ਲਾਈਨ ਦੇ ਉੱਪਰ ਰੱਖ ਕੇ ਤੇ ਖੁਦਕੁਸ਼ੀ ਕਰ ਲਈ, ਗੱਡੀ ਹੇਠਾਂ ਕੇ ਮਰਿਆ ਸੀਗਾ। ਮਤਲਬ ਬੰਦੇ ਦੀ ਆਤਮਾ ਨੂੰ ਲਾਹਨਤਾਂ ਆਉਂਦੀ ਹੈ ਵੀ ਮੈਂ ਕੀ ਕੀਤਾ, ਕਿਉਂ ਇੰਨੇ ਮੁੰਡੇ ਮਾਰੇ। ਸਕਾ ਸਾਡਾ ਇੱਕ ਰਿਸ਼ਤੇਦਾਰ, ਨਾਮ ਉਹਦਾ ਵੀ ਨਹੀਂ ਮੈਂ ਲੈਣਾ, ਉਹ ਸਾਡੇ ਬਾਬਾ ਜੀ ਦੇ ਪੈਰਾਂ 'ਚ ਬਹਿ ਕੇ ਰੋਇਆ, ਸ਼ਰਾਬ ਪੀਤੀ ਹੋਈ, ਕਿਉਂਕਿ ਉਹਦਾ ਮੁੰਡਾ ਸਾਡੇ ਕੋਲ ਰਹਿੰਦਾ ਸੀਗਾ ਵੀ ਉਹ ਤੋਂ ਭੱਜ ਕੇ ਸਿਕਿਉਰਿਟੀ ਛੱਡ ਕੇ ਆ ਜਾਣਾ। ਬਟਾਲੇ ਘਰ ਸੀਗਾ ਉਦੋਂ, ਉਹਨਾਂ ਅੰਮ੍ਰਿਤਸਰ ਸਾਹਿਬ
ਗਾੜੀ ਰਿਸ਼ਤੇਦਾਰੀ ਸਾਡੀ। ਤੇ ਮਹਾਂਪੁਰਖਾਂ ਨੂੰ ਉਹਦਾ ਮੁੰਡਾ ਆਖਿਆ, ਕਹਿਣ ਲੱਗਾ ਵੀ ਬਾਬਾ ਜੀ ਸਾਡੇ ਘਰ ਚਰਨ ਪਾਓ, ਸਾਡੇ ਘਰ ਵੀ ਚਰਨ ਪਾਓ ਜੀ, ਮੇਰੇ ਪਿਓ ਨੂੰ ਸਮੱਤ ਬਖਸ਼ੋ। ਪਿਓ ਨੂੰ ਫੜ ਕੇ ਕਹਿੰਦਾ ਵੀ ਬਾਬਾ ਜੀ ਦੇ ਪੈਰ ਫੜ। ਬੜਾ ਜ਼ਾਲਮ ਬੰਦਾ, ਤੇ ਸ਼ਰਾਬ ਪੀਤੀ ਹੋਈ ਰੋਈ ਜਾਏ, ਹੱਥ ਜੋੜੇ, ਕਹਿੰਦੇ ਬਾਬਾ ਜੀ 60 ਮੁੰਡੇ ਮਾਰੇ ਬੇਕਸੂਰ, ਇੱਥੋਂ ਤੱਕ ਵੀ ਜਿੰਨਾ ਮੇਰਾ ਮੁੰਡਾ ਵੀ ਛਡਾਇਆ, ਇਹਦੇ ਅਗਵਾ ਹੋਇਆ, ਉਹਨਾਂ ਨੂੰ ਵੀ ਨਹੀਂ ਮੈਂ ਛੱਡਿਆ। ਮੈਂ ਬੜਾ ਪਾਪੀ ਬੰਦਾ ਜੀ, ਕਾਤਲ, ਮੈਨੂੰ ਬਖਸ਼ ਦਿਓ। ਜਿੱਦਾਂ ਭੂਤ ਨਹੀਂ ਬੋਲਦੇ ਬਾਬਿਆਂ ਕੋਲ, ਆ ਜਾਦੂ ਟੂਣੇ ਵਾਲੇ ਤਾਂਤਰਿਕ ਬਾਬੇ ਹੁੰਦੇ ਨੇ, ਤੇ ਭੂਤਾਂ ਵਾਲੀਆਂ ਰੂਹਾਂ ਸਿਰ ਮਾਰਦੀਆਂ ਤੇ ਨਾਲੇ ਬੋਲਦੀਆਂ ਮੈਂ ਆਓ ਮੈਂ ਆ। ਇਸ ਤਰ੍ਹਾਂ ਮੈਂ ਅੱਖਾਂ ਨਾਲ ਵੇਖਿਆ ਸਾਡੇ ਬਾਬਾ ਜੀ ਕੋਲ ਬੜੇ ਬੜੇ ਪਾਪੀ ਗੁਨਾਹਗਾਰ ਬੰਦੇ ਆਪ ਦਾ ਗੁਨਾਹ ਕਬੂਲ ਕਰਦੇ। ਮਾਂ ਬ੍ਰਹਮ ਗਿਆਨੀ ਸੀ ਤੇ ਇਉਂ ਮੂੰਹ ਘੁਮਾਇਆ ਤੇ ਆਪ ਦੇ ਘਰ ਨੂੰ ਆਏ, ਪਰ ਉਹ ਰੋਂਦਾ ਰਿਹਾ। ਤੋ ਇਸ ਤਰੀਕੇ ਦੇ ਨਾਲ ਬੰਦੇ ਨੂੰ ਪਛਤਾਵਾ ਹੁੰਦਾ ਹੈ, ਉਹਨੂੰ ਆਪ ਦਾ ਦਿਲ, ਆਪ ਦੀ ਆਤਮਾ ਜਿਹੜੀ ਅੰਦਰ ਪਰਮਾਤਮਾ ਦੀ ਅੰਸ਼ ਉਹਨੂੰ ਲਾਹਣਤਾ ਪਾਉਂਦੀ ਹੈ। ਪਰ ਜਦ ਵੀ ਅਸੀਂ ਕੋਈ ਗਲਤ ਕੰਮ ਕਰੀਏ, ਸਾਨੂੰ ਅੰਦਰੋਂ ਸਾਈਨ ਮਿਲਦੇ ਨੇ, ਜਿਸ ਤਰ੍ਹਾਂ ਰੈੱਡ ਲਾਈਟ ਦੇ ਗ੍ਰੀਨ ਲਾਈਟ ਦੇ ਸਾਈਨ ਹੁੰਦੇ ਨੇ। ਅਸੀਂ ਭਾਵੇਂ ਉਹ ਸਾਈਨ ਨੂੰ ਵੇਖੀਏ ਜਾਂ ਸੁਣੀਏ, ਅਣਸੁਣਾ ਕਰ ਦਈਏ, ਉਹ ਗੱਲ ਵੱਖਰੀ ਹੈ, ਪਰ ਅੰਦਰੋਂ ਸਾਨੂੰ ਲਾਹਣਤ ਜ਼ਰੂਰ ਪੈਂਦੀ ਵੀ ਕੰਮ ਬੁਰਾ ਹੀ ਹੋ, ਇਹ ਕੰਮ ਕਰਨ ਤੋਂ ਤੇਰਾ ਨੁਕਸਾਨ ਹੋਊਗਾ। ਇਸ ਲਈ ਇਨਸਾਨ ਨੂੰ ਜੇ ਹੋਰ ਕਿਸੇ ਦੀ ਸਲਾਹ ਨਹੀਂ ਲੈਣੀ, ਕਿਸੇ ਨੂੰ ਪੁੱਛਣਾ ਨਹੀਂ, ਤਾਂ ਕਹਿੰਦੇ ਵੀ ਕੰਧ ਨੂੰ ਵੀ ਪੁੱਛ ਲਓ ਬੁਰਾ ਕੰਮ ਕਰਨ ਤੋਂ ਪਹਿਲਾਂ। ਕੰਧਾਂ ਵੀ ਬੋਲ ਕੇ ਸੁਚੱਜੀ ਸਿੱਖਿਆ ਦਿੰਦੀਆਂ ਨੇ। ਜੇ ਕਿਸੇ ਨੂੰ ਨਹੀਂ ਪੁੱਛਣਾ, ਆਪਦੀ ਆਤਮਾ ਨੂੰ ਪੁੱਛੋ, ਆਪਦੀ ਅੰਦਰਲੇ ਨੂੰ ਪੜਚੋਲੋ, ਜੋ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਉਹਨੂੰ ਸੁਣੋ, ਪਰ ਧਿਆਨ ਦੇ ਨਾਲ ਉਹੀ ਕਰਮ ਕਰੋ ਜਿਹੜਾ ਤੁਹਾਡੇ ਭਲੇ ਵਾਲਾ। ਕਿਉਂਕਿ ਕਿਸੇ ਪਿੱਛੇ, ਦੋ ਦਮੜੀਆਂ ਪਿੱਛੇ ਜੇ ਤੁਸੀਂ ਪਾਪ ਕਰੋਗੇ ਤਾਂ ਮੁੜ ਕੇ ਉਹਨੇ ਤੁਹਾਡਾ ਸਾਥ ਨਹੀਂ ਦੇਣਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਸਲ ਮਧਾਣੀਆਂ ਤੇ ਉਹ ਮਥੇ ਧਰਮ ਰਾਜ। ਧਰਮ ਰਾਜਾ ਜਿਸ ਤਰ੍ਹਾਂ ਮਧਾਣੀਆਂ ਦਹੀਂ ਰਿੜਕਦੀਆਂ, ਇਸ ਤਰ੍ਹਾਂ ਰਿੜਕ ਕੇ ਬਾਹਰ ਕੱਢ ਦਿੰਦਾ ਲੱਸੀ ਵਾਂਗ, ਨਾਲੀਆਂ 'ਚ ਰੋੜ ਨਹੀਂ ਪੈਂਦੀ ਹੈ। ਬੰਦਾ ਕਿਸੇ ਕੰਮ ਨਹੀਂ ਆਉਂਦਾ ਹੈ, ਇਸ ਲਈ ਕਿਸੇ ਪਿੱਛੇ ਲੱਗ ਕੇ ਆਪ ਦਾ ਆਪ ਨਹੀਂ ਹੋਣਾ ਚਾਹੀਦਾ। ਊਲੇ ਨਿਹੰਗ ਨੂੰ ਮੈਂ ਵੇਖਿਆ, ਸਾਡਾ ਸਿੰਘ ਉਹਨੇ ਸੁੱਖ ਨਾਮੀ ਕਥਾਵਾਚਕ ਸੀਗਾ, ਬੇਕਸੂਰ ਸ਼ਹੀਦ ਕੀਤਾ। ਇੱਕ ਬਾਊ ਸਿੰਘ ਰਜਾਈਆਂ ਵੰਡਦਾ ਹੁੰਦਾ, ਇੱਕ ਉਹਨੂੰ ਤੇ ਤੀਜਾ ਬੰਦਾ ਹੋਰ ਜਿਹਨੂੰ ਮੈਂ ਵੇਖਿਆ ਨਹੀਂ। ਬੜੀ ਬੇਰਹਿਮੀ ਦੇ ਨਾਲ ਦੋ ਬੰਦੇ ਨਾਲ ਹੋਰ ਸੀਗੇ, ਉਹ ਅਜੇ ਜਿਉਂਦੇ ਨੇ। ਜਿੱਦਣ ਮਰਿਆ ਤਾਂ ਤਰਲੇ ਮਾਰਦਾ, ਹਾੜੇ ਮਿਹਨਤਾਂ ਕਰਦਾ ਵੀ ਉਹ ਮੇਰੀ ਸਿਕਿਉਰਟੀ ਵੀ ਲਾ ਲਈ, ਉਹ ਮੈਨੂੰ ਕੁਛ ਨਹੀਂ ਦਿੱਤਾ, ਉਹ ਇਸ ਤਰ੍ਹਾਂ ਹੋਏ ਉਸ ਤਰ੍ਹਾਂ ਹੋਏ। ਬਿਲਕੁਲ ਸੜ ਕੇ 90% ਸਵਾਹ ਹੋ ਚੁੱਕਾ ਸੀਗਾ, ਸਿਰ ਦੇ ਵਾਲ ਵੀ ਗਏ ਤੇ ਸਭ ਕੁਛ ਗਿਆ। ਮਰ ਨੇ ਦਿਖਾਇਆ ਵੀ ਇਹ ਮੁਸਲਮਾਨ ਹੈ, ਮੁਸਲਮਾਨ ਨਿਹੰਗ ਨਹੀਂ ਹੈ। ਨਿਹੰਗਾਂ ਦਾ ਬਾਣਾ ਜ਼ਰੂਰ ਪਾ ਕੇ ਤੇ ਬੰਦਾ ਗਲਤ ਵਰਤੋਂ ਕਰਦਾ ਰਿਹਾ, ਪਰ ਇਹ ਨਿਹੰਗ ਨਹੀਂ ਮੇਰਾ, ਇਹ ਮੁਸਲਮਾਨ ਜੇ। ਦੁਨੀਆ ਨੂੰ ਦਿਖਾ ਕੇ ਮਹਾਰਾਜ ਨੇ ਮਾਰਿਆ, ਉਹਦਾ ਜੂੜਾ ਜਿਹੜਾ ਕੱਖ ਨਹੀਂ ਰਿਹਾ, ਸਭ ਕੁਝ ਹੀ ਸੜ ਕੇ ਸਵਾਹ ਹੋ ਗਿਆ ਸੀ। ਤੇ ਤਰਲੇ ਮਾਰਦਾ, ਬੁੜਕਦਾ ਹੋਇਆ, ਤੜਫਦਾ ਹੋਇਆ PGI ਬੈੱਡ ਦੇ ਉੱਪਰ ਮਰ ਗਿਆ ਸੀਗਾ। ਕਿਸੇ ਬਾਤ ਨਹੀਂ ਪੁੱਛੀ, ਰੋਂਦਾ ਕੁਲਾਉਂਦਾ ਗਿਆ। ਇਉਂ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਯਾਰ ਹਰਾਮਖੋਰ ਕਾਤਲ ਪਾਪੀ ਬੰਦਾ ਕੋਈ ਇਹਨਾਂ ਦੇ ਹਾਮੇ ਨਹੀਂ ਭਰਦਾ। ਜਿੰਨਾ ਚਿਰ ਦੁਨੀਆ ਨੂੰ ਕੰਮ ਦਿਓ, ਰਾਜਨੀਤਿਕ ਬੰਦੇ ਉਹਨਾਂ ਚਿਰ ਉਹਨੂੰ ਵਰਤਦੇ ਨੇ, ਨਹੀਂ ਤਾਂ ਆਪ ਹੀ ਛੋਟ ਕਰਕੇ ਛੱਪੜ 'ਚ ਸੁੱਟ ਦਿੰਦੇ ਨੇ। ਇਸ ਵਾਸਤੇ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ। ਜਿਹਨੇ ਜਾਣ ਦਿੱਤੀ ਹੈ ਉਹਨੂੰ ਵਾਪਸ ਕਰਨੀ, ਔਰ ਉਹਨੇ ਪੁੱਛਣਾ ਵੀ ਕਿਹੜੀ ਕਰਤੂਤ ਕਰਕੇ ਆਏ ਹੋ। ਪਾਤਸ਼ਾਹ ਫਰਮਾਉਂਦੇ ਨੇ, ਜਿਉਂ ਜਾਨ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ। ਜਿਵੇਂ ਭਗਤ ਜਨ ਚੰਦਰਹਾਸ ਨੂੰ ਤ੍ਰਿਸ਼ਟ ਬੁੱਧੀ ਨਾਮੇ ਰਾਜੇ ਨੇ ਦਿਖਾਉਣਾ ਕੀਤਾ, ਉਹਦੇ ਵਜ਼ੀਰ ਕੁਬੁੱਧੀ ਨੇ ਦਿਖਾਉਣਾ ਕੀਤਾ। ਆਪਣਾ ਘਰ ਲੂਕੀ ਜਾਰੇ, ਉਹਨੇ ਆਪਣਾ ਹੀ ਘਰ ਈਰਖਾ ਰੂਪ ਚੁਆਤੀ ਲਾ ਕੇ ਸਾੜ ਲੈਣਾ ਕੀਤਾ।
ਪ੍ਰਭ ਕਉ ਜਾਨ ਅੰਤਰ ਰਿਦ ਲੂਚੈ। ਇੰਜ ਪਰਮੇਸ਼ਰ ਨੂੰ ਭਗਤ ਜਨ ਹਰ ਵਕਤ ਹਿਰਦੇ ਵਿੱਚ ਚਾਹੁੰਦੇ ਰਹਿੰਦੇ ਹਨ। ਪ੍ਰਭ ਜਨ ਕੇ ਸਾਸ ਨਿਹਾਰੇ। ਇਸੇ ਕਾਰਨ ਜੋ ਪਰਮੇਸ਼ਰ ਹੈ ਆਪਣੇ ਭਗਤ ਜਨਾਂ ਦੇ ਸਵਾਸ ਵੇਖਦਾ ਰਹਿੰਦਾ ਹੈ ਕਿ ਮੇਰੇ ਪਿਆਰੇ ਨੂੰ ਕਿਸੇ ਪ੍ਰਕਾਰ ਦਾ ਵੀ ਸੇਕ ਨਾ ਲੱਗੇ। ਜਿਹੜਾ ਸੇਕ ਭਗਤ ਨੂੰ ਜਨਮ ਲੱਗਦਾ ਉਹ ਮਹਾਰਾਜ ਆਪ ਦੇ ਸਰੀਰ ਤੇ ਸਹਾਰਦਾ। ਗੁਰਦੁਆਰਾ ਚਰਨ ਕਮਲ ਮਾਚੀਵਾੜਾ ਸਾਹਿਬ, ਇਹਦੇ ਬਿਲਕੁਲ ਸਾਹਮਣੇ ਇੱਕ ਛੋਟੇ ਜਿਹੇ ਕੱਦ ਵਾਲੇ ਸਿੰਘ ਦਾ ਸ਼ੋਰੂਮ ਹੈ। ਪਿਛਲੇ ਪਾਸੇ ਘਰ ਹੈ, ਜਾ ਕੇ ਭਾਵੇਂ ਪੁੱਛ ਲਿਓ। ਚੋਲੇ ਵਾਲਾ ਮੇਰੇ ਕਜੇਡਾ ਸਿੰਘ ਹੈ। ਤੇ ਜਦੋਂ ਤੱਤੀਆਂ ਹਵਾਵਾਂ ਸਨ ਤੇ ਪਹਿਲਾਂ ਬੈਗ ਤੇ ਘਰ ਸੀਗਾ, ਉਹਦੇ ਘਰ ਅਸੀਂ ਅਖੰਡ ਪਾਠ ਵੀ ਕੀਤਾ। ਉਹ ਪਿਆਰ ਵਾਲਾ ਸਿੰਘ, ਕੋਈ ਵੀ ਆਇਓ ਪ੍ਰਸ਼ਾਦਾ ਛਕਾਉਣਾ, ਸਿਰ ਫਿਰੇ ਆਫੀਸਰ ਨੇ ਉਹਨੂੰ ਤਲਬ ਕਰ ਲਿਆ, ਅਗੇ ਤੂੰ ਸਿੰਘਾਂ ਰੋਟੀਆਂ ਖਵਾਈਆਂ? ਕਹਿੰਦਾ ਜੀ ਖਵਾਈਆਂ। ਕੋਈ ਘਰ ਦੁਸ਼ਮਣ ਵੀ ਆ ਜਾਏ ਕੋਈ ਮਾੜੀ ਗੱਲ ਤਾਂ ਨਹੀਂ ਰੋਟੀ ਪਾਣੀ ਖਵਾਉਣਾ। ਕਹਿੰਦੇ ਉਹ ਤਾਂ ਖਾੜਕੂ ਸੀਗਾ। ਕਹਿੰਦੇ ਜੀ ਮਹਾਰਾਜ ਦੇ ਸਿੰਘ ਜਾਣ ਕੇ ਪ੍ਰਸ਼ਾਦਾ ਛਕਾਇਆ, ਮੈਂ ਉਹਨੂੰ ਪੁੱਠਾ ਟੰਗ ਲਿਆ ਜੀ। ਸਾਰੀ ਰਾਤ ਕਹਿੰਦਾ ਮੇਰੀਆਂ ਲੱਤਾਂ ਤਾਂ ਤੇ ਸਿਰ ਠਾਹ ਮੈਨੂੰ ਬੰਨਿਆ ਹੋਇਆ, ਤੇ ਮੈਂ ਹੱਥ ਜੋੜੇ ਤੇ ਸੰਗ ਜਰਨੈਲ ਸਿੰਘ ਦਾ ਧਿਆਨ ਧਾਰਿਆ ਤੇ ਪਾਠ ਕਰਦਾ ਰਿਹਾ ਕਿ ਮਹਾਰਾਜ ਵੀ ਮੇਰਾ ਕਸੂਰ ਤਾਂ ਕੋਈ ਨਹੀਂ ਹੈ। ਤੇ ਕਹਿੰਦਾ ਵੀ ਸਾਰੀ ਰਾਤ ਸੰਗ ਜਰਨੈਲ ਸਿੰਘ ਮੇਰੇ ਸਿਰ ਥੱਲੇ ਸਿਰ ਦੇ ਕੇ ਖੜੇ ਰਹੇ। ਮਹਾਂਪੁਰਖਾਂ ਦੀ ਹਾਈਟ 6.5 6.5 ਫੁੱਟ ਉੱਚੇ ਲੰਮੇ ਜਵਾਨ ਸੀ। ਕਹਿੰਦੇ ਮੈਨੂੰ ਇਉਂ ਪ੍ਰਤੀਤ ਹੋਇਆ ਵੀ ਸੰਤ ਮੇਰੇ ਥੱਲੇ ਖੜੇ ਨੇ, ਸਿਰ ਤੇ ਸਿਰ ਲੱਗਿਆ, ਮੈਨੂੰ ਕੁਛ ਵੀ ਨਹੀਂ ਹੋਇਆ। ਸਾਰੀ ਰਾਤ ਕਹਿੰਦਾ ਮੈਂ ਬਾਣੀ ਪੜ੍ਹਦਾ ਰਿਹਾ। ਸਵੇਰੇ ਉਹਨਾਂ ਲਾਤਾ ਤੇ ਮੈਂ ਚੁੱਪ ਕਰਕੇ ਆਪਦੇ ਘਰ ਨੂੰ ਆਇਆ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਆਪਦੇ ਜਿਹੜੇ ਸੇਵਕ ਨੇ ਉਹਨਾਂ ਦੇ ਸਾਹ ਗਿਣਦਾ ਹੈ, ਉਹਨਾਂ ਦੇ ਸਵਾਸਾਂ ਨੂੰ ਵੇਖਦਾ ਹੈ ਵੀ ਕਿਤੇ ਔਖਾ ਸਾਹ ਨਾ ਆਵੇ। ਜਦੋਂ ਵੀ ਉਹਨਾਂ ਨੂੰ ਕੋਈ ਸੇਕ ਲੱਗਦਾ, ਧੰਨ ਬਾਬਾ ਵਿਧੀ ਚੰਦ ਜੀ ਦੀ ਤਰ੍ਹਾਂ ਬਲ ਦੀ ਭੱਠ ਦੇ ਵਿੱਚ ਵੀ ਜੇ ਉਹ ਛਾਲ ਮਾਰ ਕੇ ਬੈਠ ਜਾਣ ਤੇ ਗੁਰੂ ਸਾਹਿਬ ਆਪਦੇ ਸਰੀਰ ਤੇ ਸਾਧ ਸੰਗਤ ਜੀ ਉਹ ਪਾਣੀ ਦੀਆਂ ਬਾਲਟੀਆਂ ਪਵਾਉਂਦੇ ਰਹੇ ਤੇ ਜਲ ਦਾ ਇਸ਼ਨਾਨ ਕਰਕੇ ਵਿਧੀ ਚੰਦ ਬਾਬੇ ਨੂੰ ਸੇਕ ਨਹੀਂ ਲੱਗਣ ਦਿੱਤਾ। ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਬਾਈ, ਸੇਕ ਨਹੀਂ ਲੱਗਣ ਦਿੰਦੇ। ਕਿਰਪਾ ਕਰ ਭਗਤ ਦ੍ਰਿੜਾਈ। ਮਿਹਰ ਕਰਨ ਵਾਲੇ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਕਰਕੇ, ਕਿਰਪਾ ਦੀ ਖਾਨ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਆਪਣੀ ਪ੍ਰੇਮਾ ਭਗਤੀ ਦ੍ਰਿੜ ਕਰਵਾਉਂਦਾ ਹੈ। ਜਨ ਪਿਛੈ ਜਗ ਨਿਸਤਾਰੇ। ਉਹਨਾਂ ਭਗਤ ਜਨਾਂ ਦੇ ਪਿੱਛੇ ਲਗਾ ਕੇ ਸਾਰੇ ਜਗਤ ਸਾਰੇ ਸੰਸਾਰ ਨੂੰ ਮਹਾਰਾਜ ਤਾਰ ਦਿੰਦਾ ਹੈ। ਆਪਨ ਆਪ ਪ੍ਰਭ ਠਾਕੁਰ। ਸਵਾਮੀ ਪਰਮੇਸ਼ਰ ਪਿੱਛੇ ਵੀ ਆਪ ਹੀ ਵਿਆਪਕ ਸੀ, ਹੁਣ ਵੀ ਆਪ ਹੀ ਵਿਆਪਕ ਹੈ, ਪਰ ਅੱਗੇ ਨੂੰ ਵੀ ਆਪ ਹੀ ਵਿਆਪਕ ਹੋਵੇਗਾ। ਸੁਤੰਤਰ ਪਰਮੇਸ਼ਰ ਆਪ ਹੀ ਸਾਰਿਆਂ ਦਾ ਮਾਲਕ ਹੈ ਤੇ ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪ੍ਰਭ ਆਪੇ ਸ੍ਰਿਸ਼ਟ ਸਵਾਰੀ। ਸਾਰੀ ਸ੍ਰਿਸ਼ਟੀ ਨੂੰ ਆਪ ਹੀ ਸੰਭਾਲਣ ਵਾਲਾ ਹੈ। ਜਨ ਨਾਨਕ ਆਪੇ ਆਪ ਸਭ ਵਰਤੈ। ਸਤਿਗੁਰੂ ਮਹਾਰਾਜ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਨੇ ਕਿ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਸਾਰੀ ਵਰਤ ਰਿਹਾ, ਪਰ ਆਪ ਹੀ ਉਹ ਦਇਆ ਦ੍ਰਿਸ਼ਟੀ ਕਰਕੇ ਆਪਣੇ ਸੇਵਕਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ। ਸਿੰਘ ਤਾਂ ਕਦੀ ਨਹੀਂ ਮਰਦੇ, ਉਹ ਫੇਰ ਜੰਮ ਪੈਂਦੇ ਨੇ। ਉਹਨਾਂ ਦਾ ਸਗੋਂ ਨਵਾਂ ਜਨਮ ਹੋ ਜਾਂਦਾ, ਪੁਰਾਣਾ ਖਤਮ ਹੋ ਜਾਂਦਾ ਜਾਂ ਨਵਾਂ ਜੀਵਨ ਮਿਲਦਾ ਹੈ। ਚੜ੍ਹਦੀ ਕਲਾ ਮਹਾਰਾਜ ਦੇ ਚਰਨਾਂ 'ਚ ਵਾਸਾ ਹੁੰਦਾ, ਪਰ ਜਿਹੜੇ ਦੁਸ਼ਟ ਨੇ ਉਹ ਹਮੇਸ਼ਾ ਹੀ ਮਰਦੇ ਨੇ, ਦੁੱਖ ਭੋਗਦੇ ਨੇ। ਕਈ ਹਜ਼ਾਰਾਂ ਸਾਲਾਂ ਤੱਕ ਨਰਕਾਂ ਦੀ ਅੱਗ ਦੇ ਵਿੱਚ ਇੱਥੇ ਵੀ ਈਰਖਾ ਛੱਡਦੇ, ਪਰ ਮਰਨ ਤੋਂ ਬਾਅਦ ਵੀ ਉਹ ਸੜਦੇ ਬਲਦੇ ਰਹਿੰਦੇ। ਉਹ ਰੱਬ ਦੇ ਘਰ ਦਾ ਨਿਆਈ ਹੈ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮ ਰਾਜੀ ਦੀ ਸਰਕਾਰ ਦੁਸ਼ਟ ਆਤਮਾਵਾਂ ਦੇ ਉੱਪਰ ਭਾਰੂ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਨਰ ਅਚੇਤ ਪਾਪ ਤੇ ਡਰ
ਕਰ ਰਹੇ ਹਾਂ, ਅਚਨਚੇਤ ਪਾਪ ਤੋਂ ਵੀ ਸਾਨੂੰ ਡਰਨਾ ਚਾਹੀਦਾ। ਹਰ ਮਹਾਰਾਜ ਦੀ ਭਗਤੀ ਬੰਦਗੀ ਕਰਦੇ ਆ, ਰੱਬ ਦੇ ਪਿਆਰਿਆਂ ਨੂੰ ਨਮਸਕਾਰ ਸਤਿਕਾਰ ਹੀ ਕਰਨਾ ਚਾਹੀਦਾ। ਜੇ ਨਹੀਂ ਸਤਿਕਾਰ ਕਰ ਸਕਦੇ ਤੇ ਉਹਨਾਂ ਨਾਲ ਵੈਰ ਭਾਵ ਦਾ ਤਿਆਗ ਕਰੀਏ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਭੁੱਲ ਚੁੱਕਾ ਮਾਫ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕਰ ਕਿਰਪਾ ਆਪ ਨਿਸਤਾਰੇ, ਹਾਂਜੀ ਸੇਵਕਾਂ ਨੂੰ ਕਿਰਪਾ ਕਰਕੇ ਮਾਰੇ ਸੰਸਾਰ ਸਮੁੰਦਰ ਤੋਂ ਧਾਰਦਾ ਹੈ। ਆਪਨੇ ਆਪ ਆਪ ਪ੍ਰਭ ਠਾਕੁਰ, ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ, ਕਰ ਕਿਰਪਾ ਆਪ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।